ਵੈਲਕਮ ਟੂ ਇੰਗਲਿਸ਼ ਲਵਰਸ ਬਾਏ ਹਨੀਡੀ। ਸੋ ਦੋਸਤੋ, ਅੱਜ ਅਸੀਂ ਲਿਸਨਿੰਗ ਨੂੰ ਅੰਡਰਸਟੈਂਡ ਕਰਾਂਗੇ ਅਤੇ ਨਾਲੇ ਦੇਖਾਂਗੇ ਕਿ ਕਿਵੇਂ ਅਸੀਂ ਮੈਕਸੀਮਮਲੀ ਇਹਨੂੰ ਰਾਈਟ ਵੇ ਦੇ ਨਾਲ ਕਰ ਸਕਦੇ ਹਾਂ। ਅਤੇ ਕੁਛ ਸਟਾਰਟ ਹੋਣ ਤੋਂ ਪਹਿਲਾਂ ਜਦੋਂ ਕੁਛ ਆਡੀਓ ਤੁਸੀਂ ਸੁਣੋਗੇ, ਉਹਦੇ ਵਿੱਚ ਵੀ ਕਾਫੀ ਇੰਸਟਰਕਸ਼ਨਸ ਆਉਣਗੀਆਂ ਅਤੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਜਾਵਾਂਗਾ ਕਿ ਕਿਵੇਂ ਤੁਸੀਂ ਕਿਸੇ ਚੀਜ਼ ਨੂੰ ਹੈਂਡਲ ਕਰਨਾ ਇਹਦੇ ਵਿੱਚ, ਅਤੇ ਵਨ ਬਾਏ ਵਨ ਕਿਸ ਚੀਜ਼ ਨੂੰ ਆਪਾਂ ਕਰ ਸਕਦੇ ਹਾਂ। ਸਟੈਪ ਬਾਏ ਸਟੈਪ ਆਪਾਂ ਲਿਸਨਿੰਗ ਦੇ ਵਿੱਚ ਮੈਕਸੀਮਮ ਸਕੋਰ ਕਰ ਸਕਦੇ ਹਾਂ ਅਤੇ ਮਿਨੀਮਮ 7.5 ਤੋਂ ਉੱਪਰ ਸਕੋਰ ਕਿਵੇਂ ਆ ਸਕਦੇ ਨੇ, ਆਪਾਂ ਉਸ ਚੀਜ਼ ਬਾਰੇ ਗੱਲ ਕਰਾਂਗੇ। ਠੀਕ ਹੈ, ਅਤੇ ਵਿੱਚ ਡਿਸਕਸ ਕਰਾਂਗੇ ਕਿ ਆਨਸਰ ਸਾਡੇ ਕਿਹੜੇ ਹੋਣੇ ਚਾਹੀਦੇ ਨੇ। ਠੀਕ ਹੈ ਜੀ, ਅਤੇ ਨਾਲ ਦੀ ਨਾਲ ਕਰਦੇ ਜਾਵਾਂਗੇ। Cambridge English, IELTS 11, Tests 1 to 4. Published by Cambridge University Press and Cambridge English Language Assessment 2016. This recording is copyright. ਦੋਸਤੋ, ਫਿਰ ਜਦੋਂ ਉਸ ਲੇਡੀ ਨੇ ਆਪਣੀ ਜਿਹੜੀ ਇੰਸਟਰਕਸ਼ਨਸ ਦੇਣੀਆਂ ਸ਼ੁਰੂ ਕਰ ਦੇਣੀਆਂ ਨੇ, ਤਾਂ ਫਿਰ ਸਾਨੂੰ ਸਭ ਨੂੰ ਪਹਿਲਾਂ ਤਾਂ ਦਿਮਾਗ ਦੇ ਵਿੱਚ ਇਹ ਹੋਣਾ ਚਾਹੀਦਾ। ਦੇਖੋ, ਜਦੋਂ ਪੇਪਰ ਦੇਣ ਜਾਂਦੇ ਹਾਂ ਆਪਾਂ, ਤਾਂ ਸਭ ਨੂੰ ਪਹਿਲਾਂ ਉਹ ਕੁਛ ਨਾ ਕੁਛ ਆਡੀਓ ਦੇ ਵਿੱਚ ਪਲੇਅ ਕਰਦੇ ਨੇ। ਜੋ ਪਲੇਅ ਕਰਦੇ ਨੇ, ਜੋ ਵੀ ਉਹ ਪਲੇਅ ਕਰਦੇ ਨੇ, ਤਾਂ ਸਾਨੂੰ ਉਹਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ ਜੇ, ਤਾਂ ਕਿ ਸਾਡਾ ਜਿਹੜਾ ਮੋਡ ਆਫ ਸਵਿਚਿੰਗ ਫਰੋਮ ਵਨ ਮੋਡੀਊਲ ਟੂ ਅਦਰ ਹੈ, ਉਹ ਇੱਕੋਦਮ ਚੇਂਜ ਹੋ ਜਾਵੇ, ਤਾਂ ਕਿ ਆਪਾਂ ਮਤਲਬ ਉਸ ਮੂਡ ਦੇ ਵਿੱਚ ਆ ਜਾਈਏ ਕਿ ਆਪਾਂ ਲਿਸਨਿੰਗ ਕਰਨ ਜਾ ਰਹੇ ਹਾਂ, ਤਾਂ ਫਿਰ ਮਤਲਬ ਸਾਨੂੰ ਕੋਈ ਪ੍ਰੋਬਲਮ ਨਾ ਆਵੇ। ਕਿ ਕਹਿਣ ਦਾ ਆਪਾਂ ਇੱਕ ਐਨਵਾਇਰਮੈਂਟ, ਇੱਕ ਔਰਾ ਕ੍ਰੀਏਟ ਕਰਨਾ ਹੁੰਦਾ ਜੇ ਆਪਣੇ ਆਲਾ ਦੁਆਲਾ, ਤਾਂ ਕਿ ਸਾਨੂੰ ਸਾਰੀ ਚੀਜ਼ ਸਮਝ ਆ ਜਾਵੇ। ਅਤੇ ਇਸ ਕਰਕੇ ਜਦੋਂ ਆਪਾਂ ਪਹਿਲਾਂ ਇੱਕ ਵਾਰੀ ਉਸ ਮਾਡਲ ਲਿਸਨਿੰਗ ਨੂੰ ਉਹ ਜਦੋਂ ਚਲਾਉਂਦੇ ਨੇ, ਤਾਂ ਸਾਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ ਕਿ ਕਿਵੇਂ ਕਿਵੇਂ ਪੈਟਰਨ ਜਿਹਾ ਸੈੱਟ ਹੈ, ਅਤੇ ਦਿਮਾਗ ਵੀ ਆਪਣਾ ਬਿਲਕੁਲ ਐਨ ਲਿਸਨਿੰਗ ਲਈ ਰੈਡੀ ਕਰਨਾ ਹੁੰਦਾ ਜੇ, ਅਤੇ ਉਹ ਕਰ ਲੈਣਾ ਚਾਹੀਦਾ ਜੇ। ਉਸ ਤੋਂ ਬਾਅਦ ਫਿਰ ਸਾਨੂੰ ਇਹਦੀਆਂ ਇੰਸਟਰਕਸ਼ਨਸ ਜੋ ਲੇਡੀ ਇਸ ਵੀਡੀਓ ਦੇ ਵਿੱਚ ਬੋਲੇਗੀ ਜਾਂ ਆਡੀਓ 'ਚ ਆਪਣੀ ਆਡੀਓ ਉਹਦੀ ਪ੍ਰਜੈਂਟ ਕੀਤੀ ਜਾਏਗੀ, ਉਸ ਆਡੀਓ ਦੇ ਵਿੱਚ ਇੰਸਟਰਕਸ਼ਨਸ ਜਿਹੜੀਆਂ ਬੋਲੀਆਂ ਜਾਣਗੀਆਂ, ਉਹ ਸਾਨੂੰ ਬੜੇ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਨੇ, ਤਾਂ ਕਿ ਸਾਨੂੰ ਪਤਾ ਲੱਗੇ ਕਿ ਟੈਸਟ ਕਿਵੇਂ ਹੋਏਗਾ। ਅਤੇ ਕੋਈ ਐਗਜ਼ਾਮਪਲ, ਜਿਵੇਂ ਅੱਗੇ ਐਗਜ਼ਾਮਪਲ ਆਉਂਦੀ ਹੁੰਦੀ ਸੀ, ਹੁਣ ਕੋਈ ਐਗਜ਼ਾਮਪਲ ਪਲੇਅ ਨਹੀਂ ਕੀਤੀ ਜਾਂਦੀ। ਠੀਕ ਹੈ, ਪਹਿਲਾਂ ਐਗਜ਼ਾਮਪਲ ਪਲੇਅ ਕੀਤੀ ਜਾਂਦੀ ਸੀ, ਅਤੇ ਹੁਣ ਉੱਦਾਂ ਦਾ ਕੋਈ ਪੈਟਰਨ ਨਹੀਂ ਹੈ। ਅਤੇ ਇਸ ਕਰਕੇ ਕੋਈ ਵੀ ਐਕਸਪੈਕਟੇਸ਼ਨ ਨਾ ਰੱਖਿਓ ਕਿ ਭਾਈ ਕੋਈ ਐਗਜ਼ਾਮਪਲ ਪਹਿਲਾਂ ਪਲੇਅ ਕੀਤੀ ਜਾਊਗੀ, ਕਿਉਂਕਿ ਪਹਿਲੀਆਂ ਬੁੱਕਸ 'ਚੋਂ ਜਿਹੜੀਆਂ ਵੀ ਆਪਾਂ ਕੈਂਬਰਿਜ ਦੀਆਂ ਬੁੱਕਸ ਤੋਂ ਪ੍ਰਪੇਅਰ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਇੱਕ ਐਗਜ਼ਾਮਪਲ ਪਲੇਅ ਕੀਤੀ ਜਾਂਦੀ ਹੈ। ਉਹ ਦਿਮਾਗ ਦੇ ਵਿੱਚੋਂ ਕੱਢ ਦਿਓ ਅਤੇ ਆਪਣੇ ਦਿਮਾਗ ਨੂੰ ਅਲਰਟ ਰੱਖਿਓ ਕਿ ਸਾਡੇ ਸਿੱਧੇ ਹੀ ਆਨਸਰ ਸਟਾਰਟ ਹੋਣੇ ਨੇ। ਪਰ ਉਹਨਾਂ ਤੋਂ ਪਹਿਲਾਂ ਕਾਫੀ ਚੀਜ਼ਾਂ ਨੇ ਜਿਹੜੀਆਂ ਸਮਝਣ ਵਾਲੀਆਂ ਨੇ। ਮੈਂ ਤੁਹਾਨੂੰ ਦੱਸੂੰਗਾ ਜਦੋਂ ਆਪਾਂ ਪਹਿਲੇ ਪੇਜ 'ਤੇ ਪਹੁੰਚਾਂਗੇ ਕਿ ਸਾਨੂੰ ਕੀ ਕਰਨਾ ਹੈ, ਕਿਆ ਨਹੀਂ ਕਰਨਾ ਹੈ, ਕਿਆ ਸਮਝਣਾ ਚਾਹੀਦਾ, ਕਿਆ ਦਿਮਾਗ 'ਚ ਹੋਣਾ ਚਾਹੀਦਾ, ਅਤੇ ਪੈਟਰਨ ਸਾਡੇ ਦਿਮਾਗ ਦੇ ਵਿੱਚ ਕੀ ਸੈੱਟ ਹੋਣਾ ਚਾਹੀਦਾ ਹੈ। ਚਲੋ ਸ਼ੁਰੂ ਕਰਦੇ ਹਾਂ। CD1. Test 1. You will hear a number of different recordings, and you will have to answer questions on what you hear. There will be time for you to read the instructions and questions, and you will have a chance to check your work. All the recordings will be played once only. The test is in 4 sections. At the end of the test, you will be given 10 minutes to transfer your answers to an answer sheet. Now turn to Section 1. Section 1. ਹਾਂਜੀ, ਹੁਣ ਸਾਡਾ ਮੇਨ ਮੁੱਦਾ ਜਿਹੜਾ ਆ ਗਿਆ, ਉਹ ਮੈਂ ਤੁਹਾਨੂੰ ਆਪਣੇ ਵੱਲੋਂ ਸਮਝਾਉਣ ਜਾ ਰਿਹਾ। ਥੋੜ੍ਹਾ ਧਿਆਨ ਨਾਲ ਸਮਝਿਓ। ਦੇਖੋ, ਸਾਡੇ ਕੋਲ 3 ਸੈਕਸ਼ਨ ਹੋਣਗੇ ਲਿਸਨਿੰਗ ਦੇ। ਠੀਕ ਹੈ, 3 ਤੋਂ 4 ਸੌਰੀ। ਸੈਕਸ਼ਨ 1 ਮਤਲਬ ਸੈਕਸ਼ਨ 1 2 3 ਅਤੇ 4। ਹੁਣ ਇਹਨਾਂ ਸੈਕਸ਼ਨਸ ਦੇ ਵਿੱਚੋਂ ਸਭ ਨੂੰ ਪਹਿਲਾਂ ਦਿਮਾਗ ਦੇ ਵਿੱਚ ਕੀ ਲੈ ਕੇ ਚੱਲਣਾ ਤੁਸੀਂ, ਕਿ ਸੈਕਸ਼ਨ 1 ਜਿਹੜਾ ਹੈ ਉਹ ਈਜ਼ੀਐਸਟ ਆਫ ਆਲ ਹੈ। ਠੀਕ ਹੈ, ਅਤੇ ਸੈਕਸ਼ਨ 4 ਜਿਹੜਾ ਹੈ ਉਹ ਵੀ ਇੱਕ ਈਜ਼ੀ ਹੀ ਚੀਜ਼ ਹੈ, ਔਖਾ ਨਹੀਂ ਹੈ। ਪਰ ਆਮ ਤੌਰ 'ਤੇ ਦੱਸਿਆ ਜਾਂਦਾ ਕਿ ਭਾਈ ਐਵੇਂ ਤੋਂ ਜਦੋਂ ਨੀਚੇ ਨੂੰ ਤੁਰਦੇ ਹਾਂ, 1 to 4 ਨੂੰ ਤੁਰਦੇ ਹਾਂ, ਸੈਕਸ਼ਨ ਨੂੰ ਤੁਰਦੇ ਹਾਂ, ਤਾਂ ਚੌਥਾ ਸੈਕਸ਼ਨ ਥੋੜ੍ਹਾ ਔਖਾ ਹੋ ਜਾਂਦਾ।
ਔਖਾ ਕੁਛ ਨਹੀਂ ਹੈ ਜੀ ਇਹਦੇ ਵਿੱਚ। ਲਿਸਨਿੰਗ ਬਹੁਤ ਹੀ ਆਸਾਨ ਇੱਕ ਟਾਸਕ ਹੁੰਦੀ ਹੈ, ਕਿਉਂਕਿ ਇਹਦੇ ਵਿੱਚੋਂ ਮਤਲਬ ਜ਼ਿਆਦਾਤਰ ਬੱਚੇ ਵੱਧ ਸਕੋਰ ਕਰਦੇ ਨੇ ਸਿਰਫ ਲਿਸਨਿੰਗ ਦੇ ਵਿੱਚੋਂ ਹੀ। ਆਮ ਤੌਰ 'ਤੇ ਰੀਡਿੰਗ ਦੇ ਵਿੱਚੋਂ ਬੱਚਾ ਰਹਿ ਸਕਦਾ ਹੈ, ਜਾਂ ਰਾਈਟਿੰਗ 'ਚੋਂ ਜਾਂ ਸਪੀਕਿੰਗ 'ਚੋਂ ਰਹਿ ਸਕਦਾ, ਪਰ ਜਿਹੜਾ ਬੰਦਾ ਲਿਸਨਿੰਗ 'ਚੋਂ ਰਹਿ ਸਕਦਾ ਹੈ ਉਹਨੂੰ ਓਬਵੀਅਸਲੀ ਪੇਪਰ ਨਹੀਂ ਭਰਨਾ ਚਾਹੀਦਾ ਜਦ ਤੱਕ ਉਹ ਆਪਣਾ ਰੈਡੀ ਨਹੀਂ ਹੈ। ਅਤੇ ਸਭ ਨੂੰ ਪਹਿਲੀ ਗੱਲ ਤਾਂ ਆਪਾਂ ਚਾਰੇ ਮੋਡਿਊਲਸ ਦੇ ਵਿੱਚੋਂ ਆਪਣੇ ਆਪ ਨੂੰ ਬਿਲਕੁਲ ਪਰਫੈਕਟ ਬਣਾਉਣਾ ਹੁੰਦਾ ਜੇ, ਅਤੇ ਉਹਨੂੰ ਬਣਾਉਣ ਦੇ ਲਈ ਸਾਨੂੰ ਜਿਹੜੇ ਰੂਡੀਮੈਂਟਰੀ ਸਕਿੱਲਸ ਹੈ ਉਹ ਸਾਨੂੰ ਕਲੀਅਰ ਹੋਣੇ ਚਾਹੀਦੇ ਨੇ। ਤਾਂ ਪਹਿਲਾ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਕੀ ਦੱਸਿਆ ਕਿ ਸੈਕਸ਼ਨ 1 ਅਤੇ ਸੈਕਸ਼ਨ 4 ਈਜ਼ੀ ਹੋਣਗੇ। ਤਾਂ ਉਹ ਕਿਉਂ ਈਜ਼ੀ ਹੋਣਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਮ ਤੌਰ 'ਤੇ ਆਮ ਨੋਟ ਟਾਕਿੰਗ ਅਬਾਊਟ ਲਾਈਕ ਇਨ ਅ ਸਪੈਸੀਫਿਕ ਵੇ, ਬਟ ਜਨਰਲੀ ਕਿਆ ਹੁੰਦਾ ਹੈ ਕਿ ਜਿਹੜਾ ਫਸਟ ਸੈਕਸ਼ਨ ਹੈ ਜਾਂ ਲਾਸਟ ਸੈਕਸ਼ਨ ਹੈ ਇਹਦੇ ਵਿੱਚ ਪੁੱਛਿਆ ਸਾਨੂੰ ਸਿਰਫ ਫਿਲ ਇਨ ਦੀ ਬਲੈਂਕਸ ਜਾਂਦੀਆਂ ਨੇ ਆਮ ਤੌਰ 'ਤੇ। ਆਈ ਐਮ ਨੋਟ ਸੇਇੰਗ ਦੈਟ ਪਰਟੀਕੂਲਰਲੀ ਕਿ ਹਮੇਸ਼ਾ ਹੀ ਫਿਲ ਇਨ ਦੀ ਬਲੈਂਕਸ ਪੁੱਛੀਆਂ ਜਾਣਗੀਆਂ। ਪਹਿਲਾ ਸੈਕਸ਼ਨ ਅਤੇ ਜਿਹੜਾ ਲਾਸਟ ਸੈਕਸ਼ਨ ਹੈ ਉਹਦੇ ਵਿੱਚ ਸਾਨੂੰ ਕੀ ਪੁੱਛਿਆ ਜਾਏਗਾ, ਸਾਨੂੰ ਪੁੱਛਿਆ ਜਾਏਗਾ ਕਿ ਤੁਸੀਂ ਫਿਲ ਇਨ ਦੀ ਬਲੈਂਕਸ ਕਰਨੀਆਂ ਨੇ। ਉਹ ਬਲੈਂਕਸ ਦੇ ਆਲਾ ਦੁਆਲਾ ਸੈਂਟੈਂਸਸ ਲਿਖੇ ਹੋਣਗੇ ਅਤੇ ਤੁਸੀਂ ਉਹਨਾਂ ਨੂੰ ਲੱਭਣਾ ਹੈ। ਓਬਵੀਅਸਲੀ ਪਹਿਲਾ ਸੈਕਸ਼ਨ ਜਿਹੜਾ ਹੈ ਉਹ ਸਭ ਨਾਲੋਂ ਈਜ਼ੀ ਹੋਏਗਾ। ਇਹਦੇ ਵਿੱਚ ਜਿਹੜੀਆਂ ਫਿਲ ਇਨ ਦੀ ਬਲੈਂਕਸ ਹੋਣਗੀਆਂ ਅਤੇ ਲਾਸਟ ਦੇ ਵਿੱਚ ਜਿਹੜੀਆਂ ਫਿਲ ਇਨ ਦੀ ਬਲੈਂਕਸ ਹੋਣਗੀਆਂ ਉਹਨਾਂ ਵਿੱਚੋਂ ਕਾਫੀ ਅੰਤਰ ਹੋਏਗਾ, ਫ਼ਰਕ ਹੋਏਗਾ। ਬਟ ਜਦੋਂ ਆਪਾਂ ਪਹਿਲੇ ਸੈਕਸ਼ਨ ਜਾਂ ਲਾਸਟ ਸੈਕਸ਼ਨ ਨੂੰ ਕਰਦੇ ਹਾਂ ਤਾਂ ਦਿਮਾਗ ਦੇ ਵਿੱਚ ਜਿਹੜੀ ਚੀਜ਼ ਰੱਖਣੀ ਹੈ ਕਿ ਫਿਲ ਇਨ ਦੀ ਬਲੈਂਕਸ ਦੇ ਵਿੱਚ ਜਿੰਨੇ ਵੀ ਆਨਸਰ ਹੋਣਗੇ ਉਹਨਾਂ ਆਨਸਰਸ ਦੇ ਉੱਤੇ ਮੈਂ ਦੁਬਾਰਾ ਤੋਂ ਰਿਪੀਟ ਕਰੂੰਗਾ, ਉਹਨਾਂ ਦੇ ਆਨਸਰ ਦੇ ਉੱਤੇ ਸਟਰੈਸ ਦਿੱਤੀ ਹੋਏਗੀ। ਉਹਨਾਂ ਆਨਸਰਸ ਦੇ ਉੱਤੇ ਮਤਲਬ ਉਹ ਐਮਫੈਸਿਸ ਕਰਕੇ ਉਹਨਾਂ ਆਨਸਰਸ ਨੂੰ ਬੋਲਣਗੇ ਤਾਂ ਕਿ ਤੁਹਾਨੂੰ ਇੰਡੀਕੇਸ਼ਨ ਵੀ ਹੋ ਜਾਵੇ ਕਿ ਆਹ ਆਨਸਰ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਹਾਂ ਕਿ ਉਹਨਾਂ ਇਕੱਲਿਆਂ ਅੱਖਰਾਂ 'ਤੇ ਸਟਰੈਸ ਹੋਊਗੀ, ਤੁਹਾਨੂੰ ਛਾਂਟਣਾ ਪਏਗਾ ਕਿਉਂਕਿ ਬਾਕੀ ਅੱਖਰ ਤਾਂ ਉੱਥੇ ਲਿਖੇ ਹੋਣਗੇ ਅਤੇ ਜਿਹੜੇ ਅੱਖਰ ਮਤਲਬ ਤੁਸੀਂ ਲੱਭਣੇ ਨੇ ਜਾਂ ਢੂੰਡਣੇ ਹੈ ਤਾਂ ਉਹਨਾਂ ਦੇ ਵਿੱਚ ਜੇ ਅਲੱਗ ਹੀ ਸਟਰੈਸ ਹੋਏਗੀ ਤਾਂ ਓਬਵੀਅਸਲੀ ਸਾਨੂੰ ਗ੍ਰੈਸਪ ਕਰਨਾ ਆਸਾਨ ਹੋਏਗਾ, ਕਿਉਂਕਿ ਜਿਹੜੇ ਅੱਖਰ ਨੂੰ ਅਸੀਂ ਲੱਭ ਰਹੇ ਹਾਂ ਸਾਨੂੰ ਵੈਸੇ ਵੀ ਪਤਾ ਹੋਏਗਾ ਕਿਉਂਕਿ ਆਪਾਂ ਦੋ ਟੈਕਨੀਕਸ ਨੂੰ ਯੂਜ਼ ਕਰਕੇ ਇਹਨਾਂ ਨੂੰ ਪੜ੍ਹਾਂਗੇ, ਹੈ ਨਾ, ਸਕਿਮਿੰਗ ਅਤੇ ਸਕੈਨਿੰਗ। ਠੀਕ ਹੈ ਜੀ। ਸਭ ਨੂੰ ਪਹਿਲਾਂ ਤਾਂ ਜਦੋਂ ਵੀ ਲਿਸਨਿੰਗ ਸਟਾਰਟ ਹੁੰਦੀ ਹੈ, ਹੁਣ ਮੈਂ ਤੁਹਾਨੂੰ ਉਹ ਪਹਿਲੀ ਅਤੇ ਲਾਸਟ ਵਾਲੀ ਦੱਸ ਦਿੱਤੀ। ਜਿਹੜੇ ਬੰਦੇ ਨੇ ਪਹਿਲਾਂ ਬਿਗਨਰ ਨੇ ਆਪਣੀ ਪ੍ਰੈਕਟਿਸ ਸਟਾਰਟ ਕਰਨੀ ਹੈ ਤਾਂ ਉਹ ਪਹਿਲੇ 10 ਕੁਐਸਚਨ ਹਮੇਸ਼ਾ ਕਰਨ ਦੀ ਕੋਸ਼ਿਸ਼ ਕਰੇ ਤਾਂ ਕਿ ਪਹਿਲੇ 10 ਕੁਐਸਚਨਾਂ 'ਚ ਅੱਵਲ ਹੋ ਜਾਵੇ, ਤਾਂ ਉਹਨੂੰ ਸਮਝ ਆ ਜਾਵੇ ਟੈਕਨੀਕ ਦਾ ਕਿ ਭਾਈ ਸਟਰੈਸ ਨੂੰ ਮੈਂ ਦੇਖਣਾ ਹੈ ਅਤੇ ਕਿਆ ਮੈਨੂੰ ਬਾਕੀ ਜਿਹੜੀਆਂ ਚੀਜ਼ਾਂ ਦੱਸੀਆਂ ਜਾਣਗੀਆਂ ਕਿਆ ਮੈਨੂੰ ਉਹ ਕਲੀਅਰ ਨੇ। ਮੇਰੇ ਪਹਿਲੇ 10 ਆਨਸਰ ਠੀਕ ਹੋਣ ਲੱਗ ਗਏ ਤਾਂ ਫਿਰ ਮੈਨੂੰ ਲਾਸਟ ਜਿਹੜੇ 10 ਕੁਐਸਚਨ ਹੈ ਉਹਨਾਂ ਦੇ ਉੱਤੇ ਪ੍ਰੈਕਟਿਸ ਕਰਨੀ ਚਾਹੀਦੀ ਹੈ ਤਾਂ ਕਿ ਮੈਨੂੰ ਜਿਹੜਾ ਪਹਿਲਾ ਅਤੇ ਲਾਸਟ ਪੋਰਸ਼ਨ ਹੈ ਕਲੀਅਰ ਹੋ ਜਾਵੇ, ਜਿਹਦੇ ਨਾਲ ਮੇਰੇ 5.5 ਬੈਂਡ ਆਰਾਮ ਦੇ ਨਾਲ 5.5 ਬੈਂਡ ਜਿਹੜੇ ਵੀ ਹੈ ਉਹ ਆਰਾਮ ਦੇ ਨਾਲ ਬਣ ਜਾਣ। ਠੀਕ ਹੈ ਜੀ। ਜੇ ਮੇਰੇ 5 ਬੈਂਡ ਉੱਥੇ ਜਾਂ 5.5 ਬੈਂਡ ਉੱਥੇ ਬਣ ਜਾਂਦੇ ਨੇ ਅਤੇ ਉਸ ਤੋਂ ਬਾਅਦ ਮੇਰੇ ਜਿਹੜੇ ਵਿੱਚ ਦੇ 2 ਪੋਰਸ਼ਨ ਰਹੇ ਲਾਈਕ ਸੈਕਿੰਡ ਅਤੇ ਥਰਡ, ਫਿਰ ਆਪਾਂ ਉਹਨਾਂ ਦੇ ਉੱਤੇ ਮਤਲਬ ਅਟੈਕ ਕਰਨਾ ਹੁੰਦਾ ਹੈ ਤਾਂ ਕਿ ਸਾਨੂੰ ਸਮਝ ਆ ਜਾਵੇ ਕਿ ਭਾਈ ਇਹ ਮੈਂ ਪ੍ਰੈਕਟਿਸ ਦੀ ਦੌਰਾਨ ਗੱਲ ਕਰ ਰਿਹਾ। ਜਦੋਂ ਤੁਸੀਂ ਆਪਣੀ ਸਟਾਰਟਿੰਗ 'ਚ ਪ੍ਰੈਕਟਿਸ ਸਟਾਰਟ ਕਰਨੀ ਹੈ ਤਾਂ ਪਹਿਲਾ ਅਤੇ ਚੌਥਾ ਪੋਰਸ਼ਨ ਪਹਿਲਾਂ ਸਟਾਰਟ ਕਰਨਾ ਹੈ, ਆਪਣੀ ਉਹਦੀ ਪ੍ਰੈਕਟਿਸ ਕਰਕੇ ਦੇਖਣੇ ਹੈ ਕਿ ਮੇਰੇ ਆਨਸਰਸ ਆਮ ਤੌਰ 'ਤੇ ਸਹੀ ਜਾ ਰਹੇ ਨੇ ਕਿ ਨਹੀਂ ਜਾ ਰਹੇ ਨੇ। ਅਤੇ ਉੱਤੋਂ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਆਉਂਦੀ ਹੈ, ਇਹਨਾਂ ਸਾਰਿਆਂ ਨਾਲੋਂ ਪਹਿਲੀ ਗੱਲ ਜਿਹੜੀ ਆਉਂਦੀ ਹੈ ਉਹ ਕੀ ਆਉਂਦੀ ਹੈ ਕਿ ਤੁਹਾਨੂੰ 2 ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ। ਇੱਕ ਤਾਂ ਸਕਿਮਿੰਗ ਅਤੇ ਦੂਸਰਾ ਸਕੈਨਿੰਗ। ਸਕਿਮਿੰਗ ਅਤੇ ਸਕੈਨਿੰਗ ਜਿਹੜੀਆਂ 2 ਟੈਕਨੀਕਸ ਨੇ ਜਿਨ੍ਹਾਂ ਦੀ ਮੈਂ ਵੀਡੀਓ ਪਹਿਲਾਂ ਵੀ ਬਣਾ ਚੁੱਕਿਆ, ਪਰ ਮੈਂ ਨਾ ਚਾਹੂੰਗਾ ਕਿ ਤੁਸੀਂ ਇਹਦੇ ਵਿੱਚ ਹੀ ਸਮਝ ਲਓ ਇਸ ਚੀਜ਼ ਨੂੰ। ਸਕਿਮਿੰਗ ਅਤੇ ਸਕੈਨਿੰਗ ਹੈ ਕਿਆ ਚੀਜ਼ ਹੈ। ਹੁਣ ਜਦੋਂ ਆਪਾਂ ਸਕੈਨ ਕਰਦੇ ਹਾਂ ਕਿਸੇ ਪਿਕਚਰ ਨੂੰ ਜਾਂ ਕਿਸੇ ਚੀਜ਼ ਨੂੰ ਆਪਾਂ ਸਕੈਨ ਕਰਦੇ ਹਾਂ, ਆਪਾਂ ਆਮ ਤੌਰ 'ਤੇ ਮੈਡੀਕਲੀ ਵੀ ਸਕੈਨ ਕਰਾਉਣ ਜਾਂਦੇ ਹਾਂ ਤਾਂ ਸਾਨੂੰ ਉਹ ਜਿਹੜੀ ਚੀਜ਼ ਅਲੱਗ ਦਿਖਦੀ ਹੈ ਬਾਡੀ ਦੇ ਵਿੱਚ ਤਾਂ ਉਹ ਸਾਨੂੰ ਉਹ ਸਕੈਨ ਕਰਕੇ ਦੱਸ ਦਿੰਦੇ ਕਿ ਇਹਦੇ ਵਿੱਚ ਆਹ ਪ੍ਰੋਬਲਮ ਲੱਗ ਰਹੀ ਹੈ, ਕਿ ਇਹ ਉੱਪਰੀ ਤੌਰ 'ਤੇ ਸਾਨੂੰ ਕਿਆ ਦਿਖ ਰਿਹਾ ਹੈ। ਮਤਲਬ ਉੱਪਰ ਦੇ ਤੌਰ 'ਤੇ ਹਾਈਲਾਈਟਡ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲਦੀ ਹੈ ਉਹਦੇ ਵਿੱਚ ਵੀ, ਤਾਂ ਸਾਨੂੰ ਇੱਥੇ ਵੀ ਸਾਨੂੰ ਇਹ ਦੇਖਣਾ ਪਏਗਾ ਕਿ ਸਕੈਨਿੰਗ ਦੇ ਵਿੱਚ ਜਦੋਂ ਮੈਂ ਸਕੈਨ ਕਰਦਾ ਹਾਂ ਤਾਂ ਮੈਂ ਕਿਆ ਸਕੈਨ ਕਰਦਾ ਹਾਂ। ਮੈਂ ਸਕੈਨਿੰਗ ਦੇ ਵਿੱਚ ਸਕੈਨ ਕਰਾਂਗਾ ਜਿਹੜੀ ਹਾਈਲਾਈਟਡ ਇਨਫੋਰਮੇਸ਼ਨ ਹੈ ਸੈਕਸ਼ਨ 1 ਕੁਐਸਚਨ ਨੰਬਰ 1 to 10। ਠੀਕ ਹੈ। ਮਤਲਬ ਮੈਨੂੰ ਪਹਿਲੇ 10 ਕੁਐਸਚਨ ਦੱਸੇ ਜਾਣਗੇ, ਠੀਕ ਹੈ, ਜਾਂ ਇਹਦੇ ਵਿੱਚ 10 ਕੁਐਸਚਨ ਆਉਣਗੇ, ਪਹਿਲੇ ਸੈਕਸ਼ਨ ਦੇ ਵਿੱਚ 10 ਕੁਐਸਚਨ ਹੀ ਆਉਣਗੇ। ਅਤੇ ਫਿਰ ਉਸ ਤੋਂ ਬਾਅਦ ਮੈਂ ਹਾਈਲਾਈਟਡ ਇਨਫੋਰਮੇਸ਼ਨ ਕਿਹੜੀ ਪੜ੍ਹੂੰਗਾ, 1 word ਔਰ ਅ ਨੰਬਰ। ਇਸੇ ਚੀਜ਼ ਦੇ ਵਿੱਚ ਬੱਚੇ ਕਈ ਉਲਝ ਜਾਂਦੇ ਨੇ। ਠੀਕ ਹੈ, ਕਿ ਕਈ ਵੇਲੇ ਉਹ ਇਹ ਕਨਫਿਊਜ਼ ਹੋ ਜਾਂਦੇ ਨੇ ਕਿ 1 word ਲਿਖਣਾ ਕਿ 2 ਅੱਖਰ ਲਿਖਣੇ, ਕਿ ਮਤਲਬ
ਇਹਨਾਂ ਨੇ ਵਨ ਵਰਡ ਕਲੀਅਰਲੀ ਲਿਖਿਆ ਹੈ ਔਰ ਇੱਕ ਨੰਬਰ ਲਿਖਿਆ ਹੈ ਤੇ ਐਂਡ ਵੀ ਪਾਇਆ ਵਿੱਚ, ਤਾਂ ਇੱਥੇ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਜਾਂ ਤਾਂ ਇੱਕ ਵਰਡ ਜਾਂ ਫਿਰ ਉਹਦੇ ਨਾਲ ਇੱਕ ਨੰਬਰ ਵੀ ਆ ਸਕਦਾ ਹੈ ਕਿਉਂਕਿ ਐਂਡ ਲਿਖਿਆ ਉੱਥੇ, ਜਾਂ ਫਿਰ ਕੱਲਾ ਨੰਬਰ ਵੀ ਆ ਸਕਦਾ ਹੈ ਜਾਂ ਫਿਰ ਕੱਲਾ ਵਰਡ ਵੀ ਆ ਸਕਦਾ ਹੈ। ਇਹ ਤੋਂ ਸਾਨੂੰ ਕਾਫੀ ਕਲੀਅਰ ਹੋ ਜਾਂਦਾ। ਦੈਟ ਮੀਨਸ ਚਾਹੇ ਲਿਸਨਿੰਗ ਹੈ, ਚਾਹੇ ਰੀਡਿੰਗ ਹੈ, ਚਾਹੇ ਜਿਹੜਾ ਮਰਜ਼ੀ ਮੋਡਿਊਲ ਹੈ, ਠੀਕ ਹੈ, ਸਭ ਨੂੰ ਪਹਿਲਾਂ ਮੈਨੂੰ ਇੰਸਟਰਕਸ਼ਨਸ ਨੂੰ ਬੜੇ ਧਿਆਨ ਨਾਲ ਪੜ੍ਹਨਾ ਪਏਗਾ ਕਿਉਂਕਿ ਮੇਰੇ ਆਨਸਰਸ ਉਹਨਾਂ 'ਤੇ ਹੀ ਡਿਪੈਂਡ ਕਰਦੇ ਨੇ ਅਤੇ ਕਿੰਨਾ ਕੁ ਮੈਂ ਸਹੀ ਕਰਾਂਗਾ ਉਹ ਉਸੇ ਚੀਜ਼ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਮੈਂ ਇੰਸਟਰਕਸ਼ਨਸ ਕਿੰਨੀਆਂ ਕੇਅਰਫੁਲੀ ਪੜ੍ਹੀਆਂ। ਹੁਣ ਸਕੈਨਿੰਗ ਨੂੰ ਫਰਦਰ ਜਦੋਂ ਆਪਾਂ ਕਰਦੇ ਹਾਂ ਤਾਂ ਫਿਰ ਆਪਾਂ ਕੀ ਦੇਖਾਂਗੇ ਸਕੈਨਿੰਗ ਦੇ ਵਿੱਚ, ਸਾਡੇ ਕੋਲ ਪਹਿਲੇ ਪੇਜ 'ਤੇ ਕਿੰਨੇ ਕੁਐਸਚਨ ਆਏ, ਹਾਈਲਾਈਟਡ ਇਨਫੋਰਮੇਸ਼ਨ ਕਿਹੜੀ ਹੈ ਸਾਡੇ ਕੋਲ। ਹੁਣ ਦੇਖੋ ਸਾਡੇ ਕੋਲ ਹਾਈਲਾਈਟਡ ਆ ਵੀ ਹੈ, ਹਾਇਰਿੰਗ ਅ ਪਬਲਿਕ ਰੂਮ। ਸਾਨੂੰ ਆਮ ਤੌਰ 'ਤੇ ਇਹੀ ਚੀਜ਼ ਇੱਦਾਂ ਦੀਆਂ ਟਾਸਕ ਮਿਲਦੀਆਂ ਨੇ ਕਿ ਰਿਸੈਪਸ਼ਨ 'ਤੇ ਕਾਲ ਜਾਂਦੀ ਹੈ, ਆਪਾਂ ਪੁੱਛਦੇ ਹਾਂ ਕਿ ਆਪਾਂ ਰੂਮ ਲੈਣਾ ਹੈ ਅਤੇ ਜਾਂ ਆਪਾਂ ਬੁਕਿੰਗ ਕਰਨੀ ਹੈ ਕਿਸੇ ਚੀਜ਼ ਦੀ। ਆਮ ਤੌਰ 'ਤੇ ਇੱਦਾਂ ਦੀਆਂ ਹੀ ਗੱਲਾਂ ਹੁੰਦੀਆਂ ਨੇ ਅਤੇ ਆਪਾਂ ਪਤਾ ਕਰਦੇ ਹਾਂ ਕਿ ਮੰਨ ਲਓ ਚੋਰੀ ਹੋਈ ਹੈ, ਚੋਰੀ ਦੇ ਵਿੱਚ ਤੁਸੀਂ ਇਹ ਦੱਸ ਰਹੇ ਹੋ ਕਿ ਭਾਈ ਚੋਰ ਦੀ ਕਿੱਦਾਂ ਦੀ ਵੇਸ਼ ਭੂਸ਼ਾ ਸੀ, ਤਾਂ ਕਿਵੇਂ ਦਾ ਦਿਖਦਾ ਸੀ, ਕਿਵੇਂ ਦਾ ਨਹੀਂ ਦਿਖਦਾ ਸੀ, ਕਿੱਥੇ ਤੁਹਾਡੇ ਨਾਲ ਉਹ ਚੀਜ਼ ਵਾਪਰੀ ਹੈ ਅਤੇ ਤੁਸੀਂ ਕਿਆ ਜਿਮ ਤੋਂ ਬਾਹਰ ਆ ਰਹੇ ਸੀ ਜਾਂ ਕਿੱਥੋਂ ਬਾਹਰ ਆ ਰਹੇ ਸੀ। ਮਤਲਬ ਕਹਿਣ ਦਾ ਭਾਵ ਤੁਹਾਡੇ ਨਾਲ ਕਨਵਰਸੇਸ਼ਨ ਦੇ ਵਿੱਚ ਇੰਸਪੈਕਸ਼ਨ ਜੀ ਹੋਏਗੀ ਕਿ ਮਤਲਬ ਇੰਸਪੈਕਸ਼ਨ ਦੇ ਵਿੱਚ ਆਮ ਤੌਰ 'ਤੇ ਸਾਨੂੰ ਫਿਰ ਪਤਾ ਲੱਗ ਜਾਏਗਾ ਕਿ ਭਾਈ ਆਪਾਂ ਕੀ ਚੀਜ਼ ਨੂੰ ਨੱਪਣਾ ਹੈ। ਅਤੇ ਹੁਣ ਇਹਦੇ ਵਿੱਚ ਦੇਖੋ ਐਗਜ਼ਾਮਪਲ ਤਾਂ ਚਲੋ ਤੁਹਾਡੀ ਆਣੀ ਨਹੀਂ, ਲਿਸਨਿੰਗ ਦੇ ਵਿੱਚ ਐਗਜ਼ਾਮਪਲ ਨਹੀਂ ਆਣੀ ਹੁਣ, ਠੀਕ ਹੈ। ਤਾਂ ਹੁਣ ਜਿਹੜੀ ਅਗਲੀ ਚੀਜ਼ ਮੈਂ ਸਕੈਨ ਕਰੂੰਗਾ, ਇਹ ਜਿਹੜੀ ਚੀਜ਼ ਮੈਂ ਸਲੋ ਦੱਸ ਰਿਹਾ ਇਹ ਤੁਸੀਂ ਸਕਿੰਟਾਂ ਦੇ ਵਿੱਚ ਕਰਨੀ ਹੈ, ਸੈਕਿੰਡਸ ਦੇ ਵਿੱਚ ਇਹ ਕਰਨੀ ਹੈ, ਠੀਕ ਹੈ। ਦਾ ਰੂਮ ਐਂਡ ਕੋਸਟ, ਪਹਿਲਾਂ ਤੁਸੀਂ ਇਹਨੂੰ ਕਰੋਗੇ ਸਕੈਨ, ਫਿਰ ਤੁਸੀਂ ਦੇਖੋਗੇ ਕੁਐਸਚਨ ਨੰਬਰ 1 ਕਿੱਥੇ ਹੈ, 2 ਕਿੱਥੇ ਹੈ, ਫਿਰ 3 ਕਿੱਥੇ ਹੈ, 4 ਕਿੱਥੇ ਹੈ, ਕਿਉਂਕਿ ਇਹ ਹਾਈਲਾਈਟਡ ਇਨਫੋਰਮੇਸ਼ਨ ਹੈ। ਅਤੇ ਬਿਫੋਰ ਦਾ ਇਵੈਂਟ ਫਿਰ ਇੱਦਾਂ ਦੀਆਂ ਚੀਜ਼ਾਂ ਨੂੰ ਸਾਰੀਆਂ ਨੂੰ ਤੁਸੀਂ ਸਕੈਨ ਕਰੋਗੇ, ਫਿਰ ਦੇਖੋਗੇ ਇਹਦੇ ਪਹਿਲੇ ਪੇਜ ਦੇ ਵਿੱਚ ਸਾਡੇ ਕੋਲ ਸਿਰਫ ਔਰ ਸਿਰਫ ਕਿੰਨੇ ਕੁਐਸਚਨ ਨੇ, 6 ਕੁਐਸਚਨ ਨੇ, 6 ਕੁਐਸਚਨ ਨੇ, ਹੈ ਨਾ। ਅਤੇ ਮੇਰੀ ਟੈਂਡੈਂਸੀ ਇਹ ਹੋਣੀ ਚਾਹੀਦੀ ਹੈ ਕਿ ਮੈਂ 6 ਕੁਐਸਚਨ ਨਾ ਪੜ੍ਹ ਕੇ ਮੈਂ ਪਹਿਲੇ 10 ਕੁਐਸਚਨ ਤਾਂ ਕਮ ਸੇ ਕਮ ਪੜ੍ਹਾਂ ਹੀ ਪੜ੍ਹਾਂ, ਕਿਉਂਕਿ ਸੈਕਸ਼ਨ 1 ਕੰਪਲੀਟਲੀ ਮੈਂ ਪੜ੍ਹਾਂ। ਕਈ ਨਿਆਣਿਆਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਨਹੀਂ ਸੈਕਸ਼ਨ 1 ਅਤੇ ਸੈਕਸ਼ਨ 2 ਨੂੰ ਇਕੱਠੇ ਪੜ੍ਹ ਲਓ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਉਹਨਾਂ ਦਾ ਕੌਂਟੈਕਸਟ ਬੈਠ ਜਾਵੇ। ਇਸ ਚੀਜ਼ ਨੂੰ ਕਦੇ ਨਹੀਂ ਕਰਨਾ, ਕਿਉਂਕਿ ਜਦੋਂ ਤੁਸੀਂ ਮਿਕਸ ਕਰ ਦਿੰਦੇ ਹੋ ਸੈਕਸ਼ਨ 1 ਅਤੇ ਸੈਕਸ਼ਨ 2 ਨੂੰ, ਅਤੇ ਸੈਕਸ਼ਨ 1 ਦੇ ਵਿੱਚ ਗੱਲ ਕੁਛ ਹੋਰ ਹੋ ਰਹੀ ਹੈ, ਸੈਕਸ਼ਨ 2 ਦੇ ਵਿੱਚ ਗੱਲ ਕੁਛ ਹੋਰ ਹੋ ਰਹੀ ਹੈ, ਅਤੇ ਓਬਵੀਅਸਲੀ ਜੇ ਤੁਹਾਡਾ ਦਿਮਾਗ ਇੰਨਾ ਮਤਲਬ ਅਲਰਟ ਹੈਗਾ ਹੈ ਕਿ ਤੁਸੀਂ ਸਮਝ ਸਕਦੇ ਹੋ ਕਿ ਦੂਸਰੀ ਕਨਵਰਸੇਸ਼ਨ ਹੁਣ ਸਟਾਰਟ ਹੋਈ ਹੈ, ਤਾਂ ਫਿਰ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋ। ਪਰ ਜਿਹੜੇ ਬੰਦੇ ਬੜੇ ਸਿੰਪਲੀਫਾਈਡ ਵਰਜ਼ਨ ਦੇ ਨਾਲ ਆਪਣੀ ਪ੍ਰੈਪਰੇਸ਼ਨ ਕਰਦੇ ਨੇ ਤਾਂ ਉਹਨਾਂ ਨੂੰ ਮੈਂ ਇਹੀ ਪ੍ਰੈਫਰ ਕਰੂੰਗਾ ਕਿ ਉਹ ਪਹਿਲੇ 10 ਕੁਐਸਚਨ ਹੀ ਦੇਖਣ। ਪਹਿਲੇ 10 ਕੁਐਸਚਨਾਂ ਦੇ ਵਿੱਚ ਵੀ ਮਤਲਬ ਪਹਿਲੇ 6 ਕੁਐਸਚਨ ਹੀ ਤੁਹਾਨੂੰ ਬੋਲੇ ਜਾਣਗੇ, ਉਸ ਤੋਂ ਬਾਅਦ ਫਿਰ ਤੁਹਾਨੂੰ ਸਮਾਂ ਦਿੱਤਾ ਜਾਏਗਾ ਅਗਲੇ ਮਤਲਬ 4 ਕੁਐਸਚਨ ਦੇਖਣ ਦਾ। ਇਸ ਪਰਟੀਕੂਲਰ ਲਿਸਨਿੰਗ ਦੇ ਵਿੱਚ ਐਵੇਂ ਹੈ। ਬਾਕੀ ਲਿਸਨਿੰਗ ਦੇ ਵਿੱਚ ਵੀ ਡਿਵੀਜ਼ਨ ਇੱਦਾਂ ਹੋ ਸਕਦੀ ਹੈ, ਪਹਿਲਾਂ 4 ਕੁਐਸਚਨ ਆ ਗਏ, ਫਿਰ 6 ਕੁਐਸਚਨ ਆ ਗਏ, ਜਾਂ ਫਿਰ ਪਹਿਲਾਂ 5 ਕੁਐਸਚਨ ਆ ਗਏ, ਫਿਰ 5 ਕੁਐਸਚਨ ਆ ਗਏ, ਐਵੇਂ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਡਿਵਾਈਡ ਕਰ ਦੇਣਾ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਲਿਸਨਿੰਗ ਨੂੰ ਕਰਨ ਜਾਓਗੇ ਤਾਂ ਉਸ ਲਿਸਨਿੰਗ ਦੇ ਵਿੱਚ ਤੁਸੀਂ ਇਹ ਨੋਟਿਸ ਕਰੋਗੇ ਕਿ ਮਤਲਬ ਜਿਹੜੀ ਸੈਕਿੰਡ ਚੀਜ਼ ਹੈ ਉਹ ਮੈਂ ਕਿਆ ਕਰਨੀ ਹੈ, ਉਹ ਮੈਂ ਕਰਨੀ ਹੈ ਸਕਿਮਿੰਗ ਦੇ ਵਿੱਚ ਮੈਂ ਫਿਰ ਉਹਨੂੰ ਪੂਰਾ ਡਿਟੇਲ ਦੇ ਵਿੱਚ ਤੇਜ਼ ਪੜ੍ਹਾਂਗਾ, ਠੀਕ ਹੈ। ਸਕਿਮਿੰਗ ਦੇ ਵਿੱਚ ਕੀ ਆ ਜਾਏਗਾ ਫਿਰ, ਕੰਪਲੀਟ ਦਾ ਨੋਟਸ ਬਿਲੋ, ਆਪਾਂ ਨੋਟਸ ਨੂੰ ਜਿਹੜੇ ਨੀਚੇ ਦਿੱਤੇ ਗਏ ਨੋਟਸ ਹੈ ਉਹਨਾਂ ਨੂੰ ਕੰਪਲੀਟ ਕਰਨਾ ਹੈ। ਦੂਸਰਾ ਰਾਈਟ 1 ਵਰਡ ਔਰ ਅ ਨੰਬਰ, ਇਹ ਆਪਾਂ ਕਰ ਚੁੱਕੇ ਹਾਂ ਫॉर ਈਚ ਆਨਸਰ। ਫਿਰ ਆ ਗਿਆ ਸਾਡਾ ਮੇਨ ਹਾਲ, ਚਲੋ ਇਹ ਤਾਂ ਐਗਜ਼ਾਮਪਲ ਹੈ ਆਪਾਂ ਨਹੀਂ ਪੜ੍ਹਨੀ, ਠੀਕ ਹੈ। ਫਿਰ ਸਾਡਾ ਆ ਗਿਆ ਜਦੋਂ ਰੂਮ ਐਂਡ ਕੋਸਟ ਨੂੰ ਆਪਾਂ ਸਕੈਨ ਕਰ ਲਿਆ ਸੀਗਾ, ਸਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਰੂਮ ਅਤੇ ਰੂਮ ਦੇ ਕੋਸਟ ਦੇ ਬਾਰੇ ਗੱਲ ਕੀਤੀ ਗਈ ਹੈ ਇਸ ਪੂਰੇ ਦਿੱਤੀ ਹੋਈ ਇਨਫੋਰਮੇਸ਼ਨ ਦੇ ਵਿੱਚ। ਮਤਲਬ ਪਹਿਲੇ 4 ਕੁਐਸਚਨਾਂ ਦੇ ਵਿੱਚ ਇਹਦੇ ਹੀ ਰਿਲੇਟਿਡ, ਉਹਦੀਆਂ ਫੈਸਿਲਿਟੀਜ਼ ਦੇ ਰਿਲੇਟਿਡ, ਉਹਦੀ ਕੋਸਟ ਦੇ ਰਿਲੇਟਿਡ ਗੱਲ ਕੀਤੀ ਹੋਏਗੀ, ਅਤੇ ਉਸ ਹਿਸਾਬ ਦੇ ਨਾਲ ਹੀ ਮੈਂ ਉਸ ਚੀਜ਼ ਨੂੰ ਸਮਝਣਾ ਹੈ। ਅਤੇ ਹੁਣ ਦੇਖੋ ਜਦੋਂ ਮੈਂ ਸਕਿਮਿੰਗ ਕਰਨੀ ਹੈ ਤਾਂ ਮੈਂ ਕਿਆ ਦੇਖਣਾ ਹੈ, ਮੈਂ ਪਹਿਲਾ ਅੱਖਰ ਅਤੇ ਲਾਸਟ ਵਾਲਾ ਅੱਖਰ ਦੇਖਣਾ ਹੈ, ਪਹਿਲਾ ਅੱਖਰ ਅਤੇ ਲਾਸਟ ਵਾਲਾ ਅੱਖਰ ਦੇਖਣਾ ਹੈ। ਫਿਰ ਮੈਂ ਇਹ ਦੇਖਣਾ ਹੈ ਕਿ ਵਿੱਚ ਦੇ ਵਿੱਚ ਕਿਆ ਪੋਸੀਬਲ ਇਨਫੋਰਮੇਸ਼ਨ ਮੈਨੂੰ ਪੁੱਛੀ ਗਈ ਹੈ। ਦਾ ਡੈਸ਼ ਰੂਮ, ਹੁਣ ਰੂਮ ਦਾ ਕੋਈ ਨਾਮ ਹੋ ਸਕਦਾ ਹੈ, ਕੋਈ ਕਿਹੜਾ ਰੂਮ ਹੈ ਕਿਹੜਾ ਨਹੀਂ ਹੈ, ਠੀਕ ਹੈ। ਫਿਰ ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜਾ ਪਰਟੀਕੂਲਰ ਵਰਡ ਮੈਂ ਇੱਥੇ ਪਲੇਸ ਕਰ ਸਕਦਾ। ਫਿਰ ਕੋਸਟ ਆਫ ਮੇਨ ਹਾਲ ਫॉर ਸੈਟਰਡੇ ਈਵਨਿੰਗ, ਇੱਥੇ ਸਾਨੂੰ ਇੰਡੀਕੇਟ ਕੀਤਾ ਗਿਆ ਕਿ ਪਾਊਂਡ ਹੈ, ਅਤੇ ਪਾਊਂਡ ਦਿੱਤਾ ਗਿਆ ਤਾਂ ਸਾਨੂੰ ਓਬਵੀਅਸਲੀ ਉੱਥੇ
ਪਾਊਂਡ ਦਾ ਹੀ ਆਨਸਰ ਲਿਖਣਾ ਪਏਗਾ ਕਿ ਕਿੰਨੇ ਪਾਊਂਡ ਹੈ। ਮਤਲਬ ਜੇ ਤੁਸੀਂ ਬ੍ਰੈਕਟ ਦੇ ਵਿੱਚ ਪਾਊਂਡ ਪਾਓਗੇ ਫਿਰ ਤਾਂ ਠੀਕ ਹੋਏਗਾ। ਜੇ ਤੁਸੀਂ ਪਾਊਂਡ ਅਲੱਗ ਪਾ ਕੇ ਫਿਰ ਨਾਲ ਲਾਈਕ ਆਪਣਾ ਆਨਸਰ ਲਿਖੋਗੇ, ਜੋ ਇਸ ਕੇਸ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਜੋ ਮੈਂ ਕੀਤਾ ਹੋਇਆ ਹੈ, ਤਾਂ ਉਹਦੇ ਵਿੱਚ ਇਹਦੇ ਵਿੱਚ ਆਨਸਰ ਜਿਹੜਾ ਉਹ ਉਹਦੇ ਹਿਸਾਬ ਦੇ ਨਾਲ ਆਏਗਾ, ਜਾਂ ਪਾਊਂਡ 60 ਹੋ ਸਕਦਾ, ਜਾਂ ਪਾਊਂਡ 50 ਹੋ ਸਕਦਾ, ਜਾਂ 50। ਦੇਖੋ ਇਹਦੇ ਵਿੱਚ ਵੀ ਇੱਕ ਜਿਹੜੀ ਚੀਜ਼ ਆਉਂਦੀ ਹੈ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਊਂਗਾ ਕਿ ਜਿਵੇਂ ਜਿਵੇਂ ਉਹ ਲਿਸਨਿੰਗ ਕਰਵਾਏਗੀ ਤਾਂ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਸਮਝਾ ਦੂੰਗਾ। ਅਤੇ ਹੁਣ ਦੇਖੋ, ਜਦੋਂ ਪਹਿਲਾਂ ਆਪਾਂ ਇਹ ਚੀਜ਼ ਕਰਨੀ ਹੈ, ਸਕਿਮਿੰਗ ਕਰਨੀ ਹੈ, ਅਤੇ ਲਾਈਕ ਉਹਦੇ ਵਿੱਚ ਸਾਨੂੰ ਤੇਜ਼ ਤੇਜ਼ ਪੜ੍ਹਨਾ ਪਏਗਾ। ਕੋਸਟ ਇਨਕਲੂਡਸ, ਜਿਵੇਂ ਇਹਦੇ ਵਿੱਚ ਦਿੱਤਾ ਵਾ, ਕੋਸਟ ਇਨਕਲੂਡਸ ਯੂਜ਼ ਆਫ ਟੇਬਲਸ, ਚੇਅਰਸ ਐਂਡ ਆਲਸੋ, ਮਤਲਬ ਟੇਬਲ ਵੀ ਯੂਜ਼ ਹੋਏ, ਚੇਅਰ ਵੀ ਯੂਜ਼ ਹੋਏ, ਅਤੇ ਨਾਲ ਹੀ ਨਾਲ ਕੁਛ ਹੋਰ ਵੀ ਚੀਜ਼ ਯੂਜ਼ ਹੋਈ। ਠੀਕ ਹੈ, ਆਪਾਂ ਉਹਦੇ ਬਾਰੇ ਦੇਖਣਾ ਹੈ। ਅਤੇ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਹੈ, ਮੇਨ ਇੰਪੋਰਟੈਂਟ ਚੀਜ਼ ਹੈ, ਜਿਹੜੀ ਆਪਾਂ ਨਹੀਂ ਕਰਦੇ ਹਾਂ, ਆਪਾਂ ਜਿਹੜੀ ਵਿੱਚ ਦੀ ਇਨਫੋਰਮੇਸ਼ਨ ਹੈ ਉਹਨੂੰ ਪੜ੍ਹਨਾ ਛੱਡ ਦਿੰਦੇ ਹਾਂ। ਆਪਾਂ ਨੂੰ ਇਹ ਪੜ੍ਹਨਾ ਪਏਗਾ ਅਤੇ ਆਪਾਂ ਨੂੰ ਵੇਟ ਵੀ ਕਰਨੀ ਪਏਗੀ ਕਿ ਕਦੋਂ ਬੋਲੀ ਜਾਂਦੀ ਹੈ ਅਤੇ ਕਦੋਂ ਉਹਨੂੰ ਆਪਾਂ ਮਤਲਬ ਸੁਣ ਸਕਦੇ ਹਾਂ ਜਦੋਂ ਉਹ ਬੋਲਦੀ ਹੈ। ਅਤੇ ਮਤਲਬ ਕੋਈ ਵੀ ਬੋਲਦਾ, ਚਾਹੇ ਬੰਦਾ ਬੋਲਦਾ, ਚਾਹੇ ਲੇਡੀ ਬੋਲਦੀ ਹੈ, ਅਤੇ ਉਹ ਕਦੋਂ ਬੋਲਦੇ ਨੇ ਇਹ ਸਾਨੂੰ ਪਤਾ ਲੱਗਣਾ ਚਾਹੀਦਾ। ਅਤੇ ਉਹਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ ਕਿ ਇਹ ਇਨਫੋਰਮੇਸ਼ਨ ਨੂੰ ਇਗਨੋਰ ਨਹੀਂ ਕਰਨਾ ਹੈਗਾ ਅਸੀਂ। ਅਤੇ ਉਸ ਤੋਂ ਬਾਅਦ ਸਾਡਾ ਆ ਗਿਆ ਬਿਫੋਰ ਦਾ ਇਵੈਂਟ, ਵਿਲ ਨੀਡ ਅ ਡੈਸ਼ ਲਾਇਸੈਂਸ। ਹੁਣ ਕਿਸ ਤਰ੍ਹਾਂ ਦਾ ਲਾਇਸੈਂਸ ਹੈ ਇਹ ਸਾਨੂੰ ਕੁਐਸਚਨ, ਮਤਲਬ ਇੰਨਾ ਕੁ ਮੈਂ ਇਹ ਐਕਸਪੈਕਟੇਸ਼ਨ ਲੈ ਕੇ ਚੱਲਦਾ ਕਿ ਸਟੇਟਮੈਂਟ ਪੜ੍ਹ ਕੇ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਭਾਈ ਇਹਦੇ ਵਿੱਚ ਪੁੱਛਿਆ ਕਿਆ ਗਿਆ ਹੈ। ਜੇ ਸਾਨੂੰ ਇਹ ਨਹੀਂ ਪਤਾ ਪੁੱਛਿਆ ਕਿਆ ਗਿਆ, ਦੈਟ ਮੀਨ ਸਾਨੂੰ ਆਪਣੀ ਗ੍ਰਾਮਰ ਨੂੰ ਫਰੇਮ ਕਰਨਾ ਪਏਗਾ। ਸਾਨੂੰ ਇਹ ਦੇਖਣਾ ਪਏਗਾ ਕਿ ਮੀਨਿੰਗਸ ਕਿਵੇਂ ਕੱਢੀ ਦੇ ਨੇ, ਪਹਿਲਾਂ ਉਹ ਸਿੱਖੋ, ਫਿਰ ਉਸ ਤੋਂ ਬਾਅਦ ਫਿਰ ਇਸ ਚੀਜ਼ ਦੇ ਮੀਨਿੰਗ ਨਿਕਲਣੇ ਸੌਖੇ ਹੋਣਗੇ। ਨੀਡ ਟੂ ਕੰਟੈਕਟ ਕੇਅਰ ਟੇਕਰ ਮਿਸਟਰ ਐਵਾਂਸ ਇਨ ਐਡਵਾਂਸ ਟੂ ਅਰੇਂਜ। ਕਿਆ ਅਰੇਂਜ ਕਰਨਾ, ਟੂ ਅਰੇਂਜ ਕਰਨ ਦੇ ਲਈ, ਕੁਛ ਚੀਜ਼ ਨੂੰ ਅਰੇਂਜ ਕਰਨਾ, ਆਪਾਂ ਉਹ ਲੱਭਣਾ ਆਪਣੇ ਆਨਸਰ ਦੇ ਵਿੱਚ। ਅਤੇ ਫਿਰ ਆਪਾਂ ਇਸ ਚੀਜ਼ ਨੂੰ ਹੋਰ ਗਾਹਾਂ ਸਮਝਾਂਗੇ। ਚਲੋ ਪਹਿਲਾਂ ਚਲਾ ਕੇ ਦੇਖਦੇ ਹਾਂ। ਮੈਂ ਤੁਹਾਨੂੰ ਦਿਮਾਗ ਦੇ ਵਿੱਚ ਇਹ ਰੱਖਣ ਨੂੰ ਕਿਹਾ ਹੈ ਕਿ ਤੁਸੀਂ ਇਹਦੇ ਵਿੱਚ ਇੱਕ ਚੀਜ਼ ਨੂੰ ਦਿਮਾਗ 'ਚ ਰੱਖਣਾ ਹੈ ਕਿ ਭਾਈ ਇਹਦੇ ਵਿੱਚ ਸਟਰੈਸ ਜ਼ਰੂਰ ਆਏਗੀ ਆਨਸਰਸ ਦੇ ਉੱਤੇ, ਹਮੇਸ਼ਾ ਸਟਰੈਸ ਜ਼ਰੂਰ ਆਏਗੀ। ਅਤੇ ਤੁਸੀਂ ਦੂਸਰੀ ਚੀਜ਼ ਇਹ ਧਿਆਨ 'ਚ ਰੱਖਣੀ ਹੈ ਕਿ ਆਪਾਂ ਅੰਡਰਲਾਈਨ ਕਰਨਾ ਹੈ ਹਰ ਇੱਕ ਚੀਜ਼ ਨੂੰ। ਅੰਡਰਲਾਈਨ ਕਰਕੇ ਕਈ ਬੱਚੇ ਕੀ ਕਰਦੇ ਨੇ, ਉਹਨੂੰ ਬਸ ਸੁਣਦੇ ਰਹਿੰਦੇ ਨੇ ਕਿ ਇਹਦੇ ਵਿੱਚ ਆਹ ਪੁੱਛਿਆ, ਇਹਦੇ ਵਿੱਚ ਆਹ ਪੁੱਛਿਆ। ਜਦ ਤੱਕ ਆਪਾਂ ਅੰਡਰਲਾਈਨ ਜਾਂ ਸਕਿਮਿੰਗ ਨਹੀਂ ਕਰ ਲੈਂਦੇ ਹਾਂ, ਪ੍ਰੋਪਰਲੀ ਸਕਿਮਿੰਗ ਕਰਕੇ ਉਹਨੂੰ ਅੰਡਰਲਾਈਨ ਕਰੋ, ਅੱਖਰਾਂ ਨੂੰ, ਕੀਵਰਡਸ ਨੂੰ ਅੰਡਰਲਾਈਨ ਕਰੋ, ਫਿਰ ਤੁਹਾਨੂੰ ਸਮਝ ਆਏਗਾ ਕਿ ਭਾਈ ਇਹਦੇ ਵਿੱਚ ਮੈਨੂੰ ਆਹ ਪੁੱਛਿਆ ਗਿਆ ਹੈ, ਅਤੇ ਫਿਰ ਹੀ ਤੁਸੀਂ ਉਸ ਆਨਸਰ ਨੂੰ ਲੱਭਣ ਦੀ ਤਾਕ ਦੇ ਵਿੱਚ ਜਾ ਸਕਦੇ ਹੋ। ਠੀਕ ਹੈ, ਅਤੇ ਆਪਾਂ ਇਸ ਪਰਟੀਕੂਲਰ ਵੀਡੀਓ ਦੇ ਵਿੱਚ ਸਿਰਫ ਪਹਿਲਾਂ ਇਹੀ ਸਮਝੀਏ ਕਿ ਭਾਈ ਪਹਿਲੇ 10 ਕੁਐਸਚਨਾਂ ਨੂੰ ਕਿਵੇਂ ਹੈਂਡਲ ਕਰਨਾ, ਫਿਰ ਆਪਾਂ ਲਾਸਟ ਸੈਕਸ਼ਨ ਜਿਹੜਾ ਉਹਦੀ ਵੀਡੀਓ ਬਣਾਵਾਂਗੇ, ਅਤੇ ਪਹਿਲਾਂ ਆਪਾਂ ਇਸ ਸੈਕਸ਼ਨ ਦੇ ਵਿੱਚ ਡੀਲ ਕਰਾਂਗੇ ਅਤੇ ਸਮਝਾਂਗੇ ਕਿ ਕਿਵੇਂ ਕਰਨੇ ਆ ਪਹਿਲੇ 10 ਕੁਐਸਚਨ। ਠੀਕ ਹੈ, ਪਰ ਹੁਣ ਪਹਿਲੇ 6 ਕੁਐਸਚਨਾਂ ਤੋਂ ਬਾਅਦ ਜਿਹੜੇ 4 ਕੁਐਸਚਨ ਆਉਣਗੇ ਉਹਨਾਂ ਦੇ ਵਿੱਚ ਉਹ ਆਡੀਓ ਦੇ ਵਿੱਚ ਵੀ ਬੋਲੇਗੀ ਕਿ ਨਾਓ ਯੂ ਹੈਵ ਸਮ ਟਾਈਮ ਟੂ ਲੁੱਕ ਐਟ ਕੁਐਸਚਨ 7 to 10। ਦੈਨ ਉਹ ਸਮਾਂ ਤੁਸੀਂ ਯੂਟੀਲਾਈਜ਼ ਕਰਨਾ ਕਿ ਪਹਿਲੇ ਹੀ 10 ਕੁਐਸਚਨ ਤੁਸੀਂ ਦੇਖੇ ਹੋਏ ਹੈ, ਉਹ ਫਿਰ ਤੁਸੀਂ 11 ਤੋਂ 12 ਕੁਐਸਚਨ 2 ਪੜ੍ਹ ਲਏ। ਪਰ ਲੇਕਿਨ ਮੇਰੇ ਹਿਸਾਬ ਦੇ ਨਾਲ ਤੁਸੀਂ ਸਟਿਕ ਕਰੋ ਕਿ ਪਹਿਲੇ 6 ਕੁਐਸਚਨ ਤੋਂ ਬਾਅਦ ਅਗਲੇ ਕੁਐਸਚਨਾਂ ਨੂੰ ਫਿਰ ਦੁਬਾਰਾ ਤੋਂ ਪੜ੍ਹੋ, ਕਿਉਂਕਿ ਪਹਿਲੇ 10 ਕੁਐਸਚਨ ਤੁਸੀਂ ਜਿਹੜੇ ਪਹਿਲਾਂ ਇਕੱਠੇ ਪੜ੍ਹ ਲਏ ਨੇ ਉਹਨਾਂ ਦੇ ਵਿੱਚ ਤੁਹਾਡੀ ਫਿਰ ਗਲਤੀ ਹੋਣ ਦੇ ਚਾਂਸਿਸ ਬਿਲਕੁਲ ਜ਼ੀਰੋ ਰਹਿ ਜਾਂਦੇ ਨੇ। ਅਤੇ ਇਸ ਕਰਕੇ ਚਲੋ ਆਪਾਂ ਸਟਾਰਟ ਕਰਦੇ ਹਾਂ ਤਾਂ ਦੇਖਦੇ ਹਾਂ। You will hear a telephone conversation between an official at a village hall and a woman who wants to hire a public room. First, you have some time to look at questions 1 to 6. ਹੁਣ ਦੇਖੋ, ਇੱਕ ਐਗਜ਼ਾਮਪਲ ਜਿਹੜੀ ਪਹਿਲਾਂ ਪੇਸ਼ ਕੀਤੀ ਜਾਏਗੀ, ਜਿਹੜੀ ਕਿ ਤੁਹਾਡੇ ਕੇਸ ਦੇ ਵਿੱਚ ਨਹੀਂ ਹੋਏਗੀ, ਆਪਾਂ ਉਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ ਅਤੇ ਗਾਹਾਂ ਤੁਰਦੇ ਹਾਂ। Oh, hello. ਚਲੋ ਦੇਖਦੇ ਹਾਂ। I wanted to inquire about hiring a room in the village hall for the evening of September the 1st. Let me just see. Yes, we have both rooms available that evening. There's our main hall, that's got seating for 200 people, or there's the Charlton room.
The main hall seats 200, so 200 has ਦੇਖੋ ਉਹ ਐਗਜ਼ਾਮਪਲ ਨੂੰ ਪੇਸ਼ ਕਰ ਰਹੇ ਨੇ, ਆਪਾਂ ਗਾਹਾਂ ਤੁਰਾਂਗੇ ਕਿਉਂਕਿ ਇਹ ਸਾਡੇ ਲਈ ਇੰਪੋਰਟੈਂਟ ਨਹੀਂ ਹੈ, ਕਿਉਂਕਿ ਇਹ ਸਾਡੇ ਪੇਪਰ 'ਚ ਨਹੀਂ ਆਏਗੀ, ਤੇ ਆਪਾਂ ਦੁਬਾਰਾ ਤੋਂ room. CHAR. ਦੇਖੋ ਹੁਣ ਆ ਬੰਦਾ ਜੋ ਵੀ ਹੈ ਆਨਸਰ ਬੋਲ ਰਿਹਾ ਚਾਰਲਟਨ ਰੂਮ, ਉਹ ਸਾਡਾ ਜਿਹੜਾ ਰੂਮ ਆਪਾਂ ਦੂਸਰਾ ਅਵੇਲੇਬਲ ਰੂਮ ਹੈ ਉਹਦੇ ਬਾਰੇ ਬੋਲ ਰਿਹਾ, ਤੇ CH ਇਹ ਜਿਹੜੇ ਅਲਫਾਬੈਟਸ ਹੈ ਇਹਦੀ ਪ੍ਰੈਕਟਿਸ ਤੁਸੀਂ ਨਾਰਮਲ ਕੋਈ YouTube ਦੀ ਵੀਡੀਓ ਦੇਖ ਕੇ ਵੀ ਕਰ ਸਕਦੇ ਹੋ। ABCD ਜਿਹੜੀ ਵੀ ABC ਦੀ ਵੀਡੀਓ ਤੁਸੀਂ ਉਹ ਕਿਵੇਂ ਬੋਲਦੇ ਨੇ ਬ੍ਰਿਟਿਸ਼ ਐਕਸੈਂਟ ਦੇ ਵਿੱਚ, ਇਹ ਸਾਨੂੰ ਪਤਾ ਹੋਣਾ ਚਾਹੀਦਾ, ਤੇ ਫਿਰ ਆਪਾਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਮੇਰਾ ਆਨਸਰ ਕਿਵੇਂ ਐਕੂਰੇਟ ਆਏਗਾ। ਤੇ ਇਹਦੇ ਰਿਗਾਰਡਿੰਗ ਇੱਕ ਮਤਲਬ ਵੀਡੀਓ ਮੈਂ ਹੋਰ ਬਣਾਊਂਗਾ, 1200 ਜਿਹੜੇ ਵਰਡਸ ਹੈ ਉਹ ਮੈਂ ਕਵਰ ਕਰਨੇ ਆ ਉਹਦੇ ਵਿੱਚ, ਕਿ ਜਿਹੜੇ ਕਿ ਹੋਣਗੇ ਕਿਸ ਚੀਜ਼ ਦੇ ਬਾਰੇ, ਕਿ ਮਤਲਬ ਕਿਹੇ ਜਿਹੇ ਅੱਖਰ ਜਿਹੜੇ ਆ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਬਿਫੋਰ ਪ੍ਰੀਪੇਅਰਿੰਗ ਫॉर द ਲਿਸਨਿੰਗ। ਤੇ ਹੁਣ ਚਲੋ ਸੁਣਦੇ ਆ ਇਹਦਾ ਆਨਸਰ ਜੋ ਵੀ ਹੈ, ਤੇ ਚਲੋ ਸ਼ੁਰੂ ਕਰਦੇ ਹਾਂ। LTON. That's got seating for up to 100. ਹਾਂਜੀ, ਹੁਣ that got the seating for up to 100 ਉਹਨੇ ਬੋਲਿਆ ਵੀ ਹੈ, ਤੇ ਸਾਡਾ ਆਨਸਰ ਇੱਥੇ ਕੀ ਬਣ ਜਾਏਗਾ, CHARLTON ਐਵੇਂ ਹੀ ਬੋਲਿਆ ਉਹ, ਤੇ ਹੋ ਸਕਦਾ ਹੈ ਕਿ ਆਨਸਰ ਮੈਂ ਗਲਤ ਲਿਖਿਆ ਹੋਵੇ, ਬਟ ਮੇਰੇ ਹਿਸਾਬ ਦੇ ਨਾਲ ਜੋ ਮੈਂ, ਕਿਉਂਕਿ ਮੈਂ ਤੁਹਾਡੇ ਨਾਲ ਵੀ ਵਾਰਤਾਲਾਪ ਕਰ ਰਿਹਾ, ਦੈਟ ਇਜ਼ ਵਾਈ ਲਾਈਕ ਹੋ ਸਕਦਾ ਹੈ ਗਲਤ ਹੋਵੇ, ਬਟ ਮੇਰੇ ਹਿਸਾਬ ਨਾਲ ਇਹੀ ਆਨਸਰ ਹੈ। ਤੇ ਚਾਰਲਟਨ ਨਾਮ ਦਾ ਜਿਹੜਾ ਰੂਮ ਹੈ ਉਹ ਅਵੇਲੇਬਲ ਹੈ। ਤਾਂ ਹੁਣ ਇਹਦੇ ਵਿੱਚ ਦਿਮਾਗ 'ਚ ਰੱਖਣ ਵਾਲੀ ਗੱਲ ਕੀ ਹੈ ਕਿ ਅਲਫਾਬੈਟਸ ਨੂੰ ਜਿਹੜੇ ਅੰਗਰੇਜ਼ ਹੈ ਜਾਂ ਬ੍ਰਿਟਿਸ਼ਰਸ ਨੇ ਜਾਂ ਜਿਹੜੇ ਵੀ ਐਕਸੈਂਟ ਦੇ ਬਾਰੇ ਤੁਸੀਂ ਵੈਸੇ ਨਾਰਥ ਬ੍ਰਿਟਿਸ਼ ਐਕਸੈਂਟ ਦਾ ਜਿਹੜਾ ਜ਼ਿਆਦਾ ਪ੍ਰੈਕਟਿਸ ਕਰਨੀ ਹੈ, ਤੇ ਉਹ ਕਿਵੇਂ ਬੋਲਦੇ ਨੇ, ਉਹ ABC ਨੂੰ ਕਿਵੇਂ ਬੋਲਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹ ਕਿਵੇਂ ਕਿਸ ਚੀਜ਼ ਨੂੰ ਪ੍ਰੋਨਾਂਸੀਏਟ ਕਰਦੇ ਨੇ, ਤੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ। ਤੇ ਲੈਟਸ ਮੂਵ ਔਨ। 100. Well, we're organising a dinner to raise money for a charity, and we're hoping for at least 150 people. So, I think we'll go for the main hall. How much would that cost? Let's see. You wanted it for the evening of September the 1st? Yes, that's a Saturday. So from 6 p.m. to midnight, that'd be £115. That's the weekend price. It's £75 on weekdays. That's all right. And I have to... ਹਾਂਜੀ, ਹੁਣ ਦੇਖੋ ਉਹਨੇ ਦੂਸਰੇ ਆਨਸਰ ਨੂੰ ਜਿਵੇਂ ਬੋਲਿਆ ਹੈ, ਤਾਂ ਸਾਨੂੰ ਕਲੀਅਰ ਕੱਟ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ 150 ਔਰ 115 ਦੇ ਵਿੱਚ ਨ ਸਾਊਂਡ ਦਾ ਫਰਕ ਆਉਂਦਾ ਹੈ। ਇੱਦਾਂ ਹੀ ਮਤਲਬ ਆਮ ਤੌਰ 'ਤੇ ਸਾਡੇ ਦਿਮਾਗ ਦੇ ਵਿੱਚ ਹੋਣਾ ਕੀ ਚਾਹੀਦਾ ਹੈ, 13 ਤੋਂ ਲੈ ਕੇ 19 ਤੱਕ ਜਿੰਨੇ ਵੀ ਨੇ, ਠੀਕ ਹੈ ਜੀ, ਇਹ ਸਾਨੂੰ ਕਲੀਅਰ ਹੋਣੇ ਚਾਹੀਦੇ ਹੈ। 119 113 ਤੋਂ ਲੈ ਕੇ 113 ਦੀ ਕੰਪੈਰੀਜ਼ਨ 130 ਨਾਲ ਕਰ ਬੈਠਦਾ ਬੰਦਾ, ਤੇ ਇਹ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ। ਜਦੋਂ 13 ਬੋਲਦੇ ਹਾਂ ਤਾਂ ਨਾ ਸਾਊਂਡ ਆਉਂਦਾ ਹੈ, ਤਾਂ ਲਾਈਕ 19 ਬੋਲਦੇ ਹਾਂ ਤਾਂ ਨਾ ਸਾਊਂਡ ਆਉਂਦਾ, ਤਾਂ 90 ਦੇ ਵਿੱਚ ਨਾ ਸਾਊਂਡ ਨਹੀਂ ਹੁੰਦਾ ਲਾਸਟ ਦੇ ਵਿੱਚ। ਤਾਂ ਦਿਮਾਗ ਦੇ ਵਿੱਚ ਇਹ ਲੈ ਕੇ ਚੱਲਣਾ ਕਿ ਸਾਡਾ ਆਨਸਰ ਕਿਤੇ ਇਹਦੇ ਕਰਕੇ ਗਲਤ ਨਾ ਹੋ ਜਾਵੇ। 15 ਦੀ ਥਾਂ 'ਤੇ 50 ਐਵੇਂ ਆ ਜਾਏਗਾ, ਠੀਕ ਹੈ। 16 ਦੀ ਥਾਂ 'ਤੇ 60 ਐਦਾਂ ਹੋ ਸਕਦਾ ਹੈ। ਤਾਂ 60 ਦੇ ਵਿੱਚ ਨਾ ਸਾਊਂਡ ਨਹੀਂ ਆਉਂਦਾ, ਤੇ 15 16 17 ਇਹਨਾਂ ਦੇ ਵਿੱਚ ਨਾ ਸਾਊਂਡ ਆਉਂਦਾ ਹੈ। ਤੇ ਸਾਨੂੰ ਇਹਦੇ ਵਿੱਚ ਸਾਨੂੰ ਕਲੀਅਰ ਕੱਟ ਪਤਾ ਹੋਣਾ ਚਾਹੀਦਾ ਕਿ ਪੁੱਛਿਆ ਕਿਆ। ਕਈ ਵੇਲੇ ਕੈਲਕੂਲੇਟ ਕਰਨਾ ਪੈਂਦਾ ਹੈ ਕਿ ਕਿੰਨਾ ਉਹਨਾਂ ਨੇ ਅੱਧ 'ਚ ਕਿਹਾ, ਕਿੰਨਾ ਫਿਰ ਪੂਰਾ, ਫਿਰ ਪਲੱਸ ਕਰਕੇ ਉਹਨਾਂ ਦਾ ਆਨਸਰ ਆਉਂਦਾ ਹੈ। ਉਹਨੂੰ ਫਿਰ ਆਪਾਂ ਬੋਲੇ ਨੂੰ ਤਾਂ ਆਪਾਂ ਉਸ ਟਾਈਮ ਕਾਊਂਟਿੰਗ ਨਹੀਂ ਨਾ ਕਰ ਸਕਦੇ, ਤਾਂ ਫਿਰ ਆਪਾਂ ਮੰਨ ਲਓ ਜੇ ਦੋ ਚੀਜ਼ਾਂ ਦਿੱਤੀਆਂ, ਉਹਨਾਂ ਨੇ ਕਿਹਾ ਪਹਿਲਾਂ 50 ਪਾਊਂਡ, ਫਿਰ ਉਹਦੇ ਵਿੱਚ ਪਲੱਸ ਕੀਤੇ 60 ਪਾਊਂਡ, ਫਿਰ ਆਨਸਰ ਸਾਡਾ ਸੀਗਾ 110। ਉਸ ਟਾਈਮ ਤੁਸੀਂ ਕੈਲਕੂਲੇਸ਼ਨ ਕਰਨ ਨਹੀਂ ਬੈਠ ਸਕਦੇ, ਤੁਸੀਂ 50 + 60 ਇੱਦਾਂ ਲਿਖ ਕੇ ਬੈਠ ਸਕਦੇ ਹੋ, ਤਾਂ ਕਿ ਬਾਅਦ 'ਚੋਂ ਜਦੋਂ ਤੁਸੀਂ ਆਨਸਰ ਲਿਖੋ ਤਾਂ ਤੁਸੀਂ ਗਲਤ ਆਨਸਰ ਨਾ ਲਿਖੋ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਤੁਸੀਂ ਦੇਖੋ ਅਗਲੀ ਚੀਜ਼ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ। ਹੁਣ ਆਪਾਂ ਅਗਲੀ ਚੀਜ਼ ਜਿਹੜੀ ਉਹਨਾਂ ਨੇ ਬੋਲਣੀ ਹੈ। Tell you there's also a deposit of £250, which is returnable, of course, as long as there's no damage. But we do insist that this is paid in cash. We don't take cards for that. You can pay the actual rent of the room however you like, though.
ਹਾਂਜੀ, ਹੁਣ ਉਹਨਾਂ ਨੇ ਕਿਆ ਕਿਹਾ ਕਿ ਜਿਹੜੀ ਪੇਮੈਂਟ ਹੈ ਉਹ ਕਿਵੇਂ ਰਿਕੁਆਇਰਡ ਹੈ, ਠੀਕ ਹੈ, ਕਿੱਦਾਂ ਦੀ ਰਿਕੁਆਇਰਡ ਹੈ, ਠੀਕ ਹੈ। 250 ਪਾਊਂਡ ਜਿਹੜੇ ਡਿਪੋਜ਼ਿਟ ਹੈ ਉਹ ਕਿਵੇਂ ਕਰਨੇ ਨੇ, ਪੇਮੈਂਟ ਮਸਟ ਬੀ ਇਨ, ਉਹਨੇ ਕਲੀਅਰ ਕੱਟ ਬੋਲਿਆ, ਉਹਨੇ ਬੋਲਿਆ ਕੈਸ਼, ਠੀਕ ਹੈ ਜੀ, ਉਹਨੇ ਕੀ ਬੋਲਿਆ, ਕੈਸ਼, ਠੀਕ ਹੈ। ਇੱਥੇ ਆਏਗਾ ਆਨਸਰ ਕੈਸ਼। ਅਤੇ ਕੈਸ਼ ਦੇ ਵਿੱਚ ਮੈਨੂੰ ਪ੍ਰੋਨੰਸੀਏਸ਼ਨ ਆਪਣੀ ਜਿਹੜੀ ਕਿਆ ਸਮਝਣੀ ਹੈ, ਮਤਲਬ ਦੇਖੋ ਇਹਦੇ ਨਾਲ ਦੇ ਅੱਖਰ ਜਿੰਨੇ ਵੀ ਹੈਗੇ ਆ ਉਹਨਾਂ ਦੀ ਪ੍ਰੈਕਟਿਸ ਕਰਿਆ ਕਰੋ, ਜਿਵੇਂ ਕੈਸ਼, ਰੈਸ਼, ਡੈਸ਼, ਸਲੈਸ਼, ਠੀਕ ਹੈ ਜੀ। ਹੁਣ ਜਿੰਨੇ ਵੀ ਸ਼ ਸਾਊਂਡ ਦੇ ਨਾਲ, ਮਤਲਬ ਜਿੰਨੇ ਵੀ ਇੱਦਾਂ ਦੇ ਅੱਖਰ ਆਉਂਦੇ ਨੇ ਉਹਨਾਂ ਦੀ ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ, ਉਹਨਾਂ ਦੇ ਜਿੰਨੇ ਜ਼ਿਆਦਾ ਮਤਲਬ ਤੁਸੀਂ ਸਪੈਲਿੰਗਸ ਨੂੰ ਦੇਖੋਗੇ, ਤੁਹਾਡੀ ਪ੍ਰੈਕਟਿਸ ਉਨੀ ਜ਼ਿਆਦਾ ਵਧੀਆ ਹੋਵੇਗੀ। ਅਤੇ ਉਸ ਤੋਂ ਗਾਹਾਂ ਚੱਲਦੇ ਹਾਂ, ਅਗਲਾ ਦੇਖਦੇ ਹਾਂ। Cash, credit card, check. Oh, well, I suppose that's okay. So, does the charge include use of tables? ਅੱਛਾ, ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਮੇਰੇ ਦਿਮਾਗ ਦੇ ਵਿੱਚ ਹੁਣੇ ਆਈ ਹੈ, ਜਿਹੜੀ ਮੈਂ ਤੁਹਾਨੂੰ ਦੱਸਣੀ ਹੈ, ਕਿ ਬੰਦੇ ਦੇ ਨਾਲ ਜਿੱਦਾਂ ਜਿੱਦਾਂ ਕਨਵਰਸੇਸ਼ਨ ਚੱਲਦੀ ਹੈ, ਜੇ ਆਪਾਂ ਨਾਲ ਤੁਰਾਂਗੇ, ਇੱਧਰ ਉੱਧਰ ਨਾ ਦੇਖਾਂਗੇ, ਮਤਲਬ ਆਦਤ ਹੋ ਜਾਂਦੀ ਹੈ, ਕਈ ਬੰਦੇ ਜਿਹੜੇ ਬਿਗਨਿੰਗ 'ਚ ਪ੍ਰੈਕਟਿਸ ਕਰਦੇ ਨੇ ਉਹ ਟੀਚਰ ਵੱਲੇ ਦੇਖੀ ਜਾਂਦੇ ਨੇ ਪ੍ਰੈਕਟਿਸ ਦੇ ਦੌਰਾਨ ਕੀ ਹੋ ਕਿਆ ਰਿਹਾ ਹੈ। ਇੰਸਟੈਂਡ ਆਫ ਦੈਟ ਵਨ, ਸਾਡਾ ਦਿਮਾਗ, ਸਾਡਾ ਫੋਕਸ ਸਿਰਫ ਔਰ ਸਿਰਫ ਜੋ ਆਡੀਓ ਚੱਲ ਰਹੀ ਹੈ ਅਤੇ ਜੋ ਰਿਟਨ ਮਟੀਰੀਅਲ ਹੈ ਉਹਨੂੰ ਦੇਖਣਾ ਹੈ ਕਿ ਕਦੋਂ ਉਹ ਚੀਜ਼ ਬੋਲੀ ਜਾ ਰਹੀ ਹੈ। ਅਤੇ ਫਿਰ ਜੇ ਆਪਾਂ ਇੱਦਾਂ ਕਰਾਂਗੇ ਤਾਂ ਸਾਡੀ ਕੰਸਨਟ੍ਰੇਸ਼ਨ ਕਦੇ ਵੀ ਹਿੱਲੇਗੀ ਨਹੀਂ, ਅਤੇ ਬਿਲਕੁਲ ਫੋਕਸਡ ਵੇ ਦੇ ਵਿੱਚ ਸਾਡੇ ਆਨਸਰ ਸਹੀ ਆਉਣਗੇ, ਤੁਸੀਂ ਦੇਖਿਓ, ਠੀਕ ਹੈ। And chairs and so on. Oh, yes. And what about parking? Yeah, that's all included. The only thing that isn't ਦੇਖੋ ਜੀ, ਉਹ ਲੇਡੀ ਨੇ ਪੁੱਛਿਆ ਵਾਟ ਅਬਾਊਟ ਪਾਰਕਿੰਗ। ਉਹ ਪਾਰਕਿੰਗ ਦੇ ਵਿੱਚ ਮੈਂ ਤੁਹਾਨੂੰ ਕੁਝ ਦੱਸਣਾ ਚਾਹਾਂਗਾ। ਦੇਖੋ, ਪਾਰਕਿੰਗ ਵਰਡ ਜਦੋਂ ਬੋਲਿਆ ਜਾਂਦਾ, ਪਾਰਕਿੰਗ, ਸਾਡੇ ਆਪਣੇ ਐਕਸੈਂਟ ਦੇ ਵਿੱਚ ਜੇ ਪੰਜਾਬੀ ਦੀ ਗੱਲ ਕਰੀਏ ਤਾਂ ਆਪਾਂ ਬੋਲਾਂਗੇ ਪਾਰਕਿੰਗ ਹੈਗੀ ਹੈ, ਰ ਆਪਾਂ ਬੋਲਾਂਗੇ, ਪਰ ਪਾਰਕਿੰਗ ਦੇ ਵਿੱਚ ਰ ਕਿਉਂ ਨਹੀਂ ਬੋਲਿਆ ਜਾਂਦਾ? ਜਦੋਂ ਆਪਾਂ ਖਾ ਬੋਲਦੇ ਹਾਂ, ਖਾ, ਦੈਨ ਲਾਸਟ ਦੇ ਵਿੱਚ ਜਿਹੜਾ ਸਾਊਂਡ ਆਏਗਾ ਆਪਾਂ ਉਹਨੂੰ ਕਦੇ ਵੀ ਨਹੀਂ ਬੋਲਦੇ। ਖਾ ਜਦੋਂ ਆਪਾਂ ਬੋਲਦੇ ਹਾਂ ਤਾਂ ਰ ਸਾਊਂਡ ਨਹੀਂ ਹੁੰਦਾ। ਅਤੇ ਜਦੋਂ ਮਤਲਬ ਸਿਲੇਬਲ ਦਾ ਐਂਡ ਹੁੰਦਾ ਹੈ, ਮਤਲਬ ਇੱਕ ਪਰਟੀਕੂਲਰ ਵਰਡ ਦੇ ਵਿੱਚ ਛੋਟਾ ਅੱਖਰ ਹੈ ਜੋ ਮੋਨੋਸਿਲੇਬਿਕ ਹੈ, ਉਹਦੇ ਵਿੱਚ ਮੋਨੋਸਿਲੇਬਿਕ ਵਰਡ ਰ ਸਾਊਂਡ ਨਾਲ ਐਂਡ ਹੁੰਦਾ ਤਾਂ ਉਹ ਕਦੇ ਬੋਲਿਆ ਨਹੀਂ ਜਾਂਦਾ। ਇੱਦਾਂ ਹੀ ਫਾ ਇਜ਼ ਵਨ ਸਿਲੇਬਲ ਬੀਨ ਸਪੋਕਨ ਬਿਕੋਜ਼ ਆਫ the vowel sound. Okay, parking, ठीक है, king is another word, it is combined together, parking, ਤਾਂ ਫਿਰ ਰ ਜਿਹੜਾ ਉਹ ਨਹੀਂ ਬੋਲਿਆ ਜਾਏਗਾ, ਠੀਕ ਹੈ। ਇਸ ਕਰਕੇ parking, ਤਾਂ parking ਇੱਦਾਂ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ। parking, shocking, ਲਾਈਕ ਜਿੰਨੇ ਵੀ ਰ ਸਾਊਂਡ ਦੇ ਨਾਲ ਐਂਡ ਹੁੰਦੇ ਨੇ, ਛੇ, ਵੀ ਸੇ ਛੇ, ਵੀ ਡੋਂਟ ਸੇ ਚੇਅਰ, ਰ ਨਹੀਂ ਬੋਲੀਦਾ ਤਾਂ ਆਪਾਂ ਕੀ ਬੋਲਦੇ ਹਾਂ, ਚੇਅਰ, ਏਅਰ। ਸੋ ਉਹ IPA ਸਿਸਟਮ ਦੇ ਅਕੋਰਡਿੰਗ ਚੱਲਦੀ ਹੈ ਚੀਜ਼, ਅਤੇ ਇੰਟਰਨੈਸ਼ਨਲ ਫੋਨੈਟਿਕ ਅਲਫਾਬੈਟ ਜੋ ਕਿ ਬ੍ਰਿਟਿਸ਼ਰਸ ਫੋਲੋ ਕਰਦੇ ਨੇ, ਅਤੇ ਉਸ ਚੀਜ਼ ਨੂੰ ਆਪਾਂ ਨਾਲ ਲੈ ਕੇ ਚੱਲਣਾ ਹੈ ਤਾਂ ਕਿ ਸਾਡੇ ਜਿਹੜੇ ਆਨਸਰਸ ਆ ਉਹ ਬਿਲਕੁਲ ਹੀ ਐਕੂਰੇਟ ਆਉਣ। ਅਤੇ ਸਾਡਾ ਜਿਹੜਾ ਆਹ ਆਨਸਰ ਵੀ ਹੈ, ਸਾਨੂੰ ਚੌਥਾ ਆਨਸਰ ਵੀ ਹੈ ਉਹ ਮਿਲ ਚੁੱਕਾ ਹੈ। ਸਾਡਾ ਚੌਥਾ ਆਨਸਰ ਕੀ ਹੈ? ਸਾਡਾ ਚੌਥਾ ਆਨਸਰ ਹੈ ਪਾਰਕਿੰਗ, ਠੀਕ ਹੈ ਜੀ, ਪਾਰਕਿੰਗ ਸਾਡਾ ਚੌਥਾ ਆਨਸਰ ਆ ਗਿਆ, ਠੀਕ ਹੈ। ਹੁਣ 4 ਆਨਸਰ ਸਾਡੇ ਬਿਲਕੁਲ ਸਹੀ ਆ ਗਏ ਨੇ ਜੋ ਮੈਨੂੰ ਲੱਗਦਾ ਹੈ, ਔਰ ਮੇਰੇ ਹਿਸਾਬ ਦੇ ਨਾਲ ਉਹ ਬਿਲਕੁਲ ਐਕੂਰੇਟ ਨੇ। ਅਤੇ ਅੱਗੇ ਚੱਲਦੇ ਹਾਂ। included is you said you were organising a dinner. Yeah. Well, you'll have to pay extra for the kitchen if you want to use that. It's £25. It's got very good facilities, good quality. ਦੇਖੋ ਜੀ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਕਿਆ ਕੀਤਾ, ਮੈਂ ਅੰਡਰਲਾਈਨ ਕੀਤਾ ਉਸ ਚੀਜ਼ ਨੂੰ ਵੀ ਜਿਹਦੇ ਵਿੱਚ ਮੇਰਾ ਆਨਸਰ ਨਹੀਂ ਹੈ, ਤਾਂ ਕਿ ਮੈਂ ਜੁੜਿਆ ਰਵਾਂ ਲਿਸਨਿੰਗ ਦੇ ਨਾਲ। ਜੇ ਮੈਂ ਲਿਸਨਿੰਗ ਦੇ ਨਾਲ ਜੁੜਿਆ ਰਵਾਂਗਾ, ਜੋ ਕਿ ਉਹ ਬੋਲਿਆ ਜਾ ਰਿਹਾ ਔਰ ਮੈਂ ਉਹ ਪੜ੍ਹ ਰਿਹਾ, ਤਾਂ ਫਿਰ ਮੈਂ ਕਦੇ ਵੀ ਉਸ ਚੀਜ਼ ਦੇ ਕੌਂਟੈਕਸਟ ਤੋਂ ਪਰੇ ਨਹੀਂ ਜਾਊਂਗਾ। ਇਹ ਹਰ ਇੱਕ ਸੈਕਸ਼ਨ ਦੇ ਵਿੱਚ ਐਪਲੀਕੇਬਲ ਹੈ ਚੀਜ਼, ਕਿ ਆਪਾਂ ਜਿੰਨਾ ਸੈਕਸ਼ਨ ਦੇ ਨਾਲ ਜੁੜੇ ਰਵਾਂਗੇ, ਜਿੰਨਾ ਉਸ ਰੀਡਿੰਗ ਮਟੀਰੀਅਲ ਦੇ ਨਾਲ ਜੁੜੇ ਰਵਾਂਗੇ, ਉਨਾ ਜ਼ਿਆਦਾ ਸਾਨੂੰ ਆਨਸਰ ਗ੍ਰੈਸਪ ਕਰਨਾ ਆਸਾਨ ਹੋ ਜਾਏਗਾ। ਸਾਨੂੰ ਪਤਾ ਲੱਗ ਜਾਏਗਾ ਕਿ ਹੁਣ ਗਾਹਾਂ ਦੀ ਗੱਲ ਕਿਹੜੀ ਹੋਏਗੀ। ਹੁਣ ਉਹ ਸਾਰੇ ਅੱਖਰ ਜਿੰਨੇ ਵੀ ਪੇਜ ਦੇ ਉੱਤੇ ਲਿਖੇ ਹੋਣਗੇ, ਜੋ ਵੀ ਸੈਕਸ਼ਨਸ ਦੇ ਵਿੱਚ ਲਿਖੇ ਹੋਣਗੇ, ਉਹ ਬੋਲਣਗੇ। ਜਦੋਂ ਉਹ ਅੱਖਰ ਬੋਲਿਆ ਗਿਆ ਫਿਰ ਉਹ ਦੁਬਾਰਾ ਤੋਂ ਨਹੀਂ ਬੋਲਿਆ ਜਾਏਗਾ, ਫਿਰ ਸਾਨੂੰ ਗਾਹਾਂ ਹੀ ਤੁਰਨਾ ਪਏਗਾ। ਇਸ ਚੀਜ਼ ਨਾਲ ਸਾਨੂੰ ਸਿੰਪਲ ਹੋ ਜਾਏਗਾ ਕਿ ਆਪਾਂ ਅੱਗਾ ਕਿਵੇਂ ਜਾਣਾ ਹੈ। quality cookers and fridges and so on. Okay.
Well, I suppose that's all right. We can cover the cost in our entry charges. Right, so I'll make a note of that. Now, there are just one or two things you need to think about before the event. For example, you'll have to see about getting a license if you're planning to have any music during the meal. Oh, really? It's quite straightforward. I'll give you the details later on. ਹਾਂਜੀ, ਹੁਣ ਲਾਇਸੈਂਸ ਉਹਨੂੰ ਚਾਹੀਦਾ ਹੈ ਜੇ, ਜੇਕਰ ਉਹ ਮਤਲਬ ਐਂਟਰੀ ਦੇ ਪਹਿਲਾਂ, ਤਾਂ ਉਹ ਕਿਹੜਾ ਲਾਇਸੈਂਸ ਹੋਣਾ ਚਾਹੀਦਾ ਹੈ, ਉਹ ਉਹਨਾਂ ਨੇ ਬੜਾ ਕਲੀਅਰਲੀ ਬੋਲਿਆ। ਜੇ ਤੁਹਾਨੂੰ ਮਿਊਜ਼ਿਕ ਜੇ ਸੁਣਨਾ ਹੈ ਜਾਂ ਮਿਊਜ਼ਿਕ ਦੇ ਬਾਰੇ ਤੁਸੀਂ ਗੱਲ ਕਰਨੀ ਹੈ ਤਾਂ ਫਿਰ ਤੁਹਾਨੂੰ ਮਿਊਜ਼ਿਕ ਲਾਇਸੈਂਸ ਹੀ ਚਾਹੀਦਾ ਹੋਵੇਗਾ ਨਾ। ਅਤੇ ਇੱਕ ਹੋਰ ਚੀਜ਼, ਜਿੰਨੇ ਵੀ ਆਪਣੇ ਆਨਸਰ ਲਿਖਣੇ ਉਹਨਾਂ ਨੂੰ ਸਾਰਿਆਂ ਨੂੰ ਕੈਪੀਟਲ ਲੈਟਰ 'ਚ ਲਿਖਣਾ ਹੈ। ਜਦੋਂ ਤੁਸੀਂ ਆਪਣੀ ਸ਼ੀਟ ਦੇ ਉੱਤੇ ਲਿਖ ਰਹੇ ਹੋ ਤਾਂ ਉਹਨਾਂ ਨੂੰ ਤੁਸੀਂ ਸਮੋਲ ਲੈਟਰ 'ਚ ਲਿਖ ਸਕਦੇ ਹੋ, ਪਰ ਜਦੋਂ ਤੁਸੀਂ ਆਪਣੀ ਮੇਨ ਆਨਸਰ ਸ਼ੀਟ ਦੇ ਉੱਤੇ ਲਿਖ ਰਹੇ ਹੋ ਤਾਂ ਤੁਸੀਂ ਜਿਹਦੇ ਉੱਤੇ ਟਰਾਂਸਫਰ ਕਰਨੇ ਆ, ਤੁਸੀਂ 10 ਮਿੰਟ ਮਿਲਣੇ ਜਿਹਦੇ ਵਿੱਚ ਤੁਹਾਨੂੰ ਟਰਾਂਸਫਰ ਕਰਨ ਦੇ ਲਈ, ਤਾਂ ਉਹ ਜਦੋਂ ਤੁਸੀਂ ਟਰਾਂਸਫਰ ਕਰਨੇ ਨੇ ਤਾਂ ਉਦੋਂ ਤੁਸੀਂ ਆਨਸਰ ਜਿਹੜੇ ਹੈ ਉਹ ਕੈਪੀਟਲ ਲੈਟਰ 'ਚ ਲਿਖਣੇ ਹੈ। ਯਾਦ ਰੱਖਣਾ ਇਸ ਚੀਜ਼ ਨੂੰ, ਤਾਂ ਕਿ ਅੱਛਾ ਕਿਉਂ ਲਿਖਣੇ ਆ, ਇਹ ਵੀ ਹੈ ਕਿ ਇਹਦੇ ਵਿੱਚ ਕੋਈ ਫੰਡਾਮੈਂਟਲੀ ਕੋਈ ਰੋਂਗ ਨਹੀਂ ਹੈ ਕਿ ਤੁਸੀਂ ਛੋਟੇ ਅੱਖਰ ਵੀ ਲਿਖ ਦਿਓਗੇ, ਪਰ ਉਹਦੇ ਵਿੱਚ ਰੋਂਗ ਇਹ ਚੀਜ਼ ਹੋ ਜਾਏਗੀ ਕਿ ਜੇਕਰ ਤੁਹਾਡੀ ਈ ਅਗਲੇ ਨੂੰ ਈ ਨਹੀਂ ਲੱਗਦੀ, ਐਲ ਲੱਗਦੀ ਹੈ, ਤਾਂ ਫਿਰ ਅਗਲੇ ਨੇ ਕ੍ਰੋਸ ਕਰ ਦੇਣਾ ਉਸ ਚੀਜ਼ ਨੂੰ। ਮਤਲਬ ਜਿਹੜੇ ਤੁਹਾਡੇ ਅਲਫਾਬੈਟ ਦੀ ਬਣਤਰ ਹੈ ਉਹ ਅਗਲੇ ਨੂੰ ਨਾ ਉਹ ਚੀਜ਼ ਲੱਗੀ ਜੋ, ਜਾਂ ਕੰਪਿਊਟਰ ਨੂੰ ਨਾ ਲੱਗੇ, ਕਿਉਂਕਿ ਇਹ ਚੀਜ਼ ਕੰਪਿਊਟਰ ਨੇ ਚੈੱਕ ਕਰਨੀ ਹੈ। ਜੇ ਕੰਪਿਊਟਰ ਨੂੰ ਲੱਗਿਆ ਕਿ ਇਹ ਈ ਨਹੀਂ ਐਲ ਲਿਖਿਆ ਹੋਇਆ ਤਾਂ ਉਹਨੇ ਕ੍ਰੋਸ ਮਾਰ ਦੇਣਾ। ਤਾਂ ਉਹਦੀ ਥਾਂ 'ਤੇ ਕਿਆ ਕਰਾਂਗੇ, ਆਪਾਂ ਕੈਪੀਟਲ ਲਿਖਾਂਗੇ ਤਾਂ ਕਿ ਕੰਪਿਊਟਰ ਨੂੰ ਕਲੀਅਰ ਪਤਾ ਲੱਗੇ ਕਿ ਇਹ ਈ ਲਿਖਿਆ ਜਾਂ ਏ ਲਿਖਿਆ ਜਾਂ ਸੀ ਲਿਖਿਆ ਜਾਂ ਡੀ ਲਿਖਿਆ ਜਾਂ ਕੋਈ ਵੀ ਅਲਫਾਬੈਟ ਲਿਖਿਆ। ਠੀਕ ਹੈ ਜੀ, ਆਈ ਹੋਪ ਸੋ ਕਿ ਤੁਹਾਨੂੰ ਕੁਛ ਵੈਲਿਊਏਬਲ ਚੀਜ਼ ਜਿਹੜੀ ਹੈ ਮਿਲੀ ਹੋਏਗੀ ਇਸ ਲਿਸਨਿੰਗ ਦੇ ਵਿੱਚ। ਅਤੇ ਚਲੋ ਗਾਹਾਂ ਚੱਲਦੇ ਹਾਂ ਅਤੇ ਨਾਲੇ ਆਨਸਰ ਲੱਭਦੇ ਹਾਂ 5 ਤੋਂ 6 ਦੇ, ਫਿਰ ਮੈਂ ਤੁਹਾਨੂੰ ਦੱਸਦਾ ਕਿ ਗਾਹਾਂ ਕਿਵੇਂ ਕਰਨਾ ਹੈ। And about a week or 10 days before your event, you'll need to contact the caretaker, that's Mr. Evans, to make the arrangements for entry. ਹਾਂਜੀ, ਇੱਕ ਚੀਜ਼ ਜਿਹੜੀ ਮੇਰੇ ਤੋਂ ਮਿਸ ਹੋ ਗਈ ਹੈ ਉਹ ਮੈਂ ਕਿਆ ਨਹੀਂ ਕੀਤਾ, ਮੈਂ ਅੰਡਰਲਾਈਨ ਨਹੀਂ ਕੀਤਾ, ਨੀਡ ਟੂ ਕੰਟੈਕਟ ਦਾ ਕੇਅਰ ਟੇਕਰ ਮਿਸਟਰ ਇਵੈਂਟਸ। ਉਹਨਾਂ ਨੇ ਬੋਲਿਆ ਵੀ ਹੈ ਇਨ ਐਡਵਾਂਸ ਟੂ ਅਰੇਂਜ ਕਿਸੇ ਚੀਜ਼ ਨੂੰ। ਠੀਕ ਹੈ, ਦੇਖਦੇ ਹਾਂ ਕਿਆ ਚੀਜ਼ He'll ਅਰੇਂਜ sort that out with you. And do I give him the payment as well? No, you do that directly with me. Your event, you'll need to contact the caretaker, that's Mr. Evans, to make the arrangements for entry. He'll sort that out with you. And do I give him the payment as well? ਸਾਨੂੰ ਕੀ ਕਰਨਾ ਪਏਗਾ, ਸਾਨੂੰ ਅਰੇਂਜ ਕਰਨਾ ਪਏਗਾ। ਜੇ ਕੀ ਚੀਜ਼ ਨੂੰ ਅਰੇਂਜਮੈਂਟ ਕਰਨੀ ਹੈ, ਆਪਾਂ ਅਰੇਂਜਮੈਂਟ ਕਰਨੀ ਹੈ ਐਂਟਰੀ ਦੀ। ਠੀਕ ਹੈ ਜੀ, ਆਪਾਂ ਕਿਸ ਚੀਜ਼ ਦੀ ਅਰੇਂਜਮੈਂਟ ਕਰਨੀ ਹੈ, ਆਪਾਂ ਐਂਟਰੀ ਦੀ ਅਰੇਂਜਮੈਂਟ ਕਰਨੀ ਹੈ। ਅਤੇ ਜੇ ਆਪਾਂ ਐਂਟਰੀ ਦੀ ਅਰੇਂਜਮੈਂਟ ਕਰਨੀ ਹੈ ਤਾਂ ਸਾਨੂੰ ਕਿਹਦੇ ਨਾਲ ਗੱਲ ਕਰਨੀ ਪਏਗੀ, ਕੇਅਰ ਟੇਕਰ ਦੇ ਨਾਲ, ਮਿਸਟਰ ਐਵਾਂਸ। ਠੀਕ ਹੈ, ਇਹ ਜਿਹੜੇ ਵੀ ਹੈਗੇ ਨੇ। ਅਤੇ ਜਦੋਂ ਸਾਡੇ 6 ਕੁਐਸਚਨ ਹੋ ਗਏ ਤਾਂ ਹੁਣ ਉਹ ਮੇਰੇ ਹਿਸਾਬ ਨਾਲ ਜ਼ਰੂਰ ਬੋਲਣਗੇ ਕਿ ਹੁਣ ਯੂ ਹੈਵ ਸਮ ਟਾਈਮ ਟੂ ਲੁੱਕ ਐਟ ਕੁਐਸਚਨ 7 to 10। ਅਤੇ ਜੇ ਨਹੀਂ ਵੀ ਹੋਏਗਾ ਤਾਂ ਤਾਂ ਵੀ ਬੜਾ ਸੌਖਾ ਹੈ ਕਿਉਂਕਿ ਤੁਸੀਂ ਪਹਿਲਾਂ ਹੀ 10 ਕੁਐਸਚਨ ਪੜ੍ਹ ਚੁੱਕੇ ਹੋ। No, you do that directly with me. Before you hear the rest of the conversation, you have some time to look at questions 7 to 10. ਦੇਖੋ ਜੀ, ਉਹਨਾਂ ਨੇ ਪਹਿਲਾਂ ਹੀ ਬੋਲ ਦਿੱਤਾ ਕਿ 7 to 10 ਨੂੰ ਦੇਖਣ ਲਈ ਤੁਹਾਡੇ ਕੋਲ ਸਮਾਂ ਹੈਗਾ ਹੈ। ਹੁਣ ਦੇਖੋ, ਮੈਂ ਜਿਹੜੀਆਂ ਚੀਜ਼ਾਂ ਉਹ ਪਿਛਲੇ ਪੇਜ ਦੇ ਉੱਤੇ ਵੀ ਚੱਲੀਆਂ ਨੇ ਉਹ ਇਸ ਪੇਜ 'ਤੇ ਵੀ ਐਪਲੀਕੇਬਲ ਨੇ ਕਿ ਭਾਈ ਆਪਾਂ ਕੀ ਕਰਨਾ ਹੈ, ਆਪਾਂ ਉਸ ਚੀਜ਼ 'ਤੇ ਕੰਸਨਟਰੇਟ ਕਰਨਾ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਮਤਲਬ ਕਹਿਣ ਦਾ ਜਿਹੜੀਆਂ ਚੀਜ਼ਾਂ ਪਹਿਲੇ ਪੇਜ 'ਤੇ ਮੈਂ ਤੁਹਾਨੂੰ ਦੱਸੀਆਂ ਨੇ ਉਹ ਇੱਥੇ ਵੀ ਐਪਲੀਕੇਬਲ ਨੇ। ਇਸ ਕਰਕੇ ਸਕਿਮਿੰਗ, ਸਕੈਨਿੰਗ ਇਹਦੇ ਉੱਤੇ ਵੀ ਉਸ ਹਿਸਾਬ ਦੀ ਹੋਵੇਗੀ। ਅਤੇ ਜੇਕਰ ਇਨਫੋਰਮੇਸ਼ਨ ਪਹਿਲਾਂ ਦਿੱਤੀ ਗਈ ਹੈ, ਮਤਲਬ ਇਹਨੂੰ ਵੀ ਸੁਣਨਾ ਹੈ ਅਤੇ ਉਸ ਤੋਂ ਬਾਅਦ ਹੀ ਗਾਹਾਂ ਤੁਰਨਾ ਹੈ, ਤਾਂ ਫਿਰ ਤੁਹਾਨੂੰ ਕਰਨਾ ਸੌਖਾ ਲੱਗੇਗਾ। ਮਤਲਬ ਪਹਿਲੇ 10 ਕੁਐਸਚਨਾਂ ਦੀ ਪ੍ਰੈਕਟਿਸ ਤੁਸੀਂ ਐਵੇਂ ਹੀ ਕਰਨੀ ਹੈ। ਅਤੇ ਚਲੋ ਅੱਗਾ ਕਰਦੇ ਹਾਂ। ਹੁਣ ਇਸ ਸਮੇਂ ਦੇ ਵਿੱਚ ਆਪਾਂ ਕੁਐਸਚਨਸ ਨੂੰ ਪੜ੍ਹ ਲੈਣਾ, ਅੰਡਰਲਾਈਨ ਕਰ ਲੈਣਾ ਕਿ ਸਭ ਤੋਂ ਪਹਿਲਾਂ ਮੈਂ ਕੀ ਕਰੂੰਗਾ, ਸਕਿਮਿੰਗ। ਇਹਦੇ ਵਿੱਚ ਹੁਣ ਮੈਂ ਸਕਿਮਿੰਗ ਹੀ ਕਰੂੰਗਾ, ਸਕੈਨਿੰਗ ਮੈਂ ਪਹਿਲਾਂ ਕੀਤੀ ਵੀ ਹੈ। ਅਤੇ ਦ ਬੈਂਡ ਸ਼ੁੱਡ ਬੀ, ਇਹ ਮੈਂ ਸੈਕਿੰਡ ਟਾਈਮ ਕਰ ਰਿਹਾ। ਦ ਬੈਂਡ ਸ਼ੁੱਡ ਯੂਜ਼ ਦ ਡੈਸ਼ ਡੋਰ ਐਟ ਦ ਬੈਕ, don't touch the system and control the volume for microphone and contact the need to know the dash for the cleaning cupboard, like ਉਸ ਤੋਂ ਬਾਅਦ the dash must be washed, all dash must be taken down। ਠੀਕ ਹੈ ਜੀ, ਅਤੇ
क्या ऐसी चीज़ाਂ ਜਿਹੜੀਆਂ ਟੇਕਨ ਡਾਊਨ ਕਰਨੀਆਂ ਨੇ ਆਪਾਂ ਨੀਚੇ ਲੈ ਕੇ ਆਉਣੀਆਂ ਨੇ ਮਸਟ ਬੀ ਟੇਕਨ ਡਾਊਨ ਜਾਂ ਬੰਦ ਕਰਨੀਆਂ ਨੇ ਜਾਂ ਕੁਝ ਵੀ ਦ ਡੈਸ਼ ਮਸਟ ਬੀ ਵਾਸ਼ਡ ਤੇ ਰਬਿਸ਼ਡ ਠੀਕ ਹੈ ਰਬਿਸ਼ਡ ਪਲੇਸ ਇਨ ਦ ਬਲੈਕ ਬੈਗਸ ਤੇ ਕੀ ਕਰਨਾ ਹੈ ਬਲੈਕ ਬੈਗਸ 'ਚ ਪਾਉਣਾ ਉਹਨਾਂ ਨੂੰ ਚਲੋ ਜੀ ਅੱਗੇ ਚੱਲਦੇ ਹਾਂ ਆਪਾਂ ਸੁਣਦੇ ਹਾਂ ਸਿੱਧੀ Where, of course, the building is no smoking. ਠੀਕ ਹੈ ਜੀ ਹੁਣ Throughout. ਬਿਲਡਿੰਗ ਇਜ਼ ਨੋ ਸਮੋਕਿੰਗ ਉਹਨੇ ਬੋਲਿਆ ਫਿਰ ਆਪਾਂ ਤਾਂ ਹੀ ਉਤੋਂ ਗਾਹਾਂ Of ਤੁਰਾਂਗੇ course. Now, are you having a band? Yes. Well, they'll have a lot of equipment, so rather than using the front door, they should park their van round the back and use the stage door there. You can open that from inside, but don't forget to lock it at the end. Okay. And talking of bands, I'm sure I don't need to tell you this, but you must make sure that no one fiddles about with the black box by the fire door. That's a system that cuts in when the volume reaches a certain level. It's a legal requirement. Sure. Anyway, we want people to be able to talk to one another, so we don't want anything too loud. Oh, that reminds me. We'll be having speeches. Are there any microphones available? Yup, just let the caretaker know. He'll get those for you. Right, now, when the event is over, we do ask that the premises are left in good condition. So there's a locked cupboard, and you'll be informed of the code you need to open that. It's got all the cleaning equipment, brushes and detergent and so on. Right. So, what do we need to do after everyone's gone? Sweep the floors, I suppose. ਹਾਂਜੀ ਹੁਣ ਦੇਖੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਨਫੋਰਮੇਸ਼ਨ ਤੁਹਾਨੂੰ ਕਿਹੜੀ ਮਿਲਣੀ ਚਾਹੀਦੀ ਹੈ ਨੀਡ ਟੂ ਨੋ ਦ ਕੋਡ ਫॉर ਦ ਕਲੀਨਿੰਗ ਕਬਰਡ ਕੋਡ ਤੁਹਾਨੂੰ ਪਤਾ ਹੋਏਗਾ ਤਾਂ ਹੀ ਤੁਸੀਂ ਉਹਨੂੰ ਖੋਲ ਸਕੋਗੇ ਠੀਕ ਹੈ ਤੇ ਕੋਡ CODE ਕੋਡ they will speak it in their British accent and then you have to answer it accordingly ਠੀਕ ਹੈ ਜੀ ਤੇ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਕਿ ਇਹਦੇ ਵਿੱਚ ਸਾਡਾ ਆਨਸਰ ਆ ਗਿਆ ਕੋਡ ਤੇ ਇਹਦੇ ਵਿੱਚ ਸਾਡਾ ਆਨਸਰ ਆ ਗਿਆ ਸਟੇਜ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪੜਾਅ ਆਉਂਦਾ ਹੈ Suppose? Well, actually, they have to be washed, not just swept. ਕਿਆ ਚੀਜ਼ ਨੂੰ ਵਾਸ਼ ਜਾਂ ਸਵੈਪਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਂ ਦੁਬਾਰਾ ਤੋਂ ਪਲੇ ਕਰ ਦੇਣਾ ਕਿਉਂਕਿ ਮੈਂ ਵਿੱਚ ਵੀਡੀਓ ਰੋਕਤੀ ਸੀ Those for you. Right, now, when the event is over, we swept. Then you'll be provided with black plastic bags, so all the rubbish must be collected up and left out. Phones available? Yup, just let the caretaker know. He'll get those for you. Right, now, when the event is over, we do ask that the premises are left in good condition. So there's a locked cupboard, and you'll be informed of the code you need to open that. It's got all the cleaning equipment, brushes and detergent and so on. Right. So, what do we need to do after everyone's gone? Sweep the floors, I suppose? Well, actually, they have to be washed. ਹਾਂਜੀ ਤਾਂ ਇੱਥੇ ਉਹਨਾਂ ਨੇ ਕਿਹਾ ਕਿ ਉਹ ਲੇਡੀ ਪੁੱਛ ਰਹੀ ਹੈ ਕਿ ਸਾਨੂੰ ਸਵੀਪ ਕਰਨਾ ਪਏਗਾ ਕਿ ਸਿਰਫ ਝਾੜੂ ਲਾਣਾ ਪਏਗਾ ਉਹਨੇ ਕਿਹਾ ਨਹੀਂ ਐਕਚੁਅਲੀ ਉਹ ਵਾਸ਼ ਵੀ ਕਰਨੇ ਪੈਣਗੇ ਤੇ ਉਸ ਤੋਂ ਬਾਅਦ ਹੀ ਗਾਹਾਂ ਦੀ ਇਨਫੋਰਮੇਸ਼ਨ ਵੀ ਬੋਲੇਗਾ Not just swept. Then you'll be provided with black plastic bags, so all the rubbish must be collected up and left outside the door. Of course. We'll make sure everything's left tidy. Oh, and I forgot to ask. I presume we can have decorations in the room? Yes, but you must take them down afterwards. Sure. And the chairs and tables should be stacked up neatly at the back. ਹੁਣ ਉਹ ਲਾਸਟ ਵਾਲੀ ਲਾਈਨ ਵੀ ਉਹਨੇ ਬੋਲੀ ਹੈ ਠੀਕ ਹੈ ਜੀ ਲਾਸਟ ਵਾਲੀ ਲਾਈਨ ਵੀ ਬੋਲੀ ਉਹਨੇ ਚੇਅਰ ਐਂਡ ਦ ਟੇਬਲਸ ਮਸਟ ਬੀ ਪਾਈਲਡ ਅਪ ਪਰ ਇਹਦੇ ਵਿੱਚ ਹੁਣ ਸਾਰੀ ਦੇ ਵਿੱਚ ਤੁਹਾਨੂੰ ਦਿਮਾਗ ਦੇ ਵਿੱਚ ਰੱਖਣਾ ਕੀ ਪਏਗਾ ਮੈਂ ਜੋ ਚੀਜ਼ ਦੱਸਣੀ ਚਾਹਨਾ ਉਹ ਕੀ ਹੈ ਕਿ ਆਲ ਡੈਸ਼ ਮਸਟ ਬੀ ਟੇਕਨ ਡਾਊਨ ਉਹਨੇ ਜਦੋਂ ਡੈਕੋਰੇਸ਼ਨ ਬਾਰੇ ਬੋਲਿਆ ਉਹ ਕੁੜੀ ਨੇ ਪੁੱਛਿਆ ਠੀਕ ਹੈ ਬੰਦੇ ਨੇ ਫਿਰ ਕਿਆ ਬੋਲਿਆ ਯੈਸ ਯੂ ਕੈਨ ਹੈਵ ਦਾ ਡੈਕੋਰੇਸ਼ਨ ਬਟ ਤੁਹਾਨੂੰ ਉਹ ਕਿਆ ਕਰਨੀ ਪਏਗੀ ਉਹ ਤੁਹਾਨੂੰ ਲਾਣੀ ਵੀ ਪਏਗੀ ਬਾਅਦ ਦੇ ਵਿੱਚ ਮਤਲਬ ਉਹਨਾਂ ਦੀ ਆਪਸ ਦੀ ਪੂਰੀ ਕਨਵਰਸੇਸ਼ਨ ਦੇ ਵਿੱਚ ਯੈਸ ਨੋ ਵੀ ਹੋਏਗੀ ਤੇ ਉਸ ਯੈਸ ਨੋ ਦੇ ਵਿੱਚ ਵੀ ਤੁਹਾਡਾ ਆਨਸਰ ਇੱਧਰ ਤੋਂ ਉੱਧਰ ਹੋ ਸਕਦਾ ਹੈ ਤੇ ਇਸ ਚੀਜ਼ ਨੂੰ ਦਿਮਾਗ 'ਚ ਰੱਖਣਾ ਕਿਉਂਕਿ ਕਿਹਨੇ ਬੋਲਿਆ ਉਹ ਬਹੁਤ ਮੈਟਰ ਕਰਦਾ ਹੈ ਜਿਹਨੂੰ ਪੁੱਛਿਆ ਗਿਆ ਉਹ ਪਹਿਲਾਂ ਤੁਹਾਨੂੰ ਕਲੀਅਰ ਹੋਏਗਾ ਫਿਰ ਉਸ ਤੋਂ ਬਾਅਦ ਹੀ ਤੁਸੀਂ ਉਸ ਚੀਜ਼ ਨੂੰ ਕਰ ਪਾਓਗੇ ਠੀਕ ਹੈ ਜੀ
ਤਾਂ ਇਹਨਾਂ ਪਹਿਲੇ 10 ਆਨਸਰਾਂ ਨੂੰ ਤੁਸੀਂ ਜਦੋਂ ਪ੍ਰੈਕਟਿਸ ਕਰੋਗੇ ਤਾਂ ਮੈਨੂੰ ਦੱਸਿਓ ਕਿ ਕਿਵੇਂ ਤੁਹਾਨੂੰ ਕੋਈ ਪ੍ਰੋਬਲਮ ਆਈ ਜਾਂ ਨਾ ਆਈ। ਪਰ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਸਾਡੇ ਪਹਿਲੇ 10 ਆਨਸਰ ਆਣੇ ਠੀਕ ਆਣੇ ਸ਼ੁਰੂ ਹੋ ਜਾਣ। ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਗਾਹਾਂ ਦੇ ਆਨਸਰਸ ਨੂੰ ਕਰਨ ਦੀ ਕੋਸ਼ਿਸ਼ ਕਰੀਏ, ਠੀਕ ਹੈ ਜੀ। ਅਤੇ ਦੂਜੀ ਗੱਲ ਇਹ ਕਿ ਜਦੋਂ ਪਹਿਲੇ 10 ਕੁਐਸਚਨ ਖਤਮ ਹੁੰਦੇ ਨੇ ਅਤੇ ਨਾਲ ਹੀ ਉਹ ਕਹਿੰਦੇ ਨੇ ਨਾਓ ਯੂ ਹੈਵ ਹਾਫ ਅ ਮਿਨਟ ਟੂ ਚੈੱਕ ਯੋਰ ਫਸਟ 10 ਆਨਸਰਸ। ਹਾਂ, ਤਾਂ ਉਹ ਪਹਿਲੇ ਜਿਹੜੇ 10 ਮਤਲਬ ਆਨਸਰ ਹੈ ਤੁਸੀਂ ਚੈੱਕ ਕਰਨ ਦੀ ਬਜਾਏ ਤੁਸੀਂ ਉਸ ਟਾਈਮ ਦੇ ਦੌਰਾਨ ਤੁਸੀਂ ਕੀ ਕਰਨਾ ਹੈ, ਐਕਚੁਅਲੀ ਤੁਸੀਂ ਗਾਹਾਂ ਦੇ ਕੁਐਸਚਨਸ ਪੜ੍ਹਨੇ ਸ਼ੁਰੂ ਕਰਨੇ ਆ। 11 ਤੋਂ 14 ਤੱਕ ਦੇ ਕੁਐਸਚਨਸ ਤੁਸੀਂ ਪੜ੍ਹ ਸਕਦੇ ਹੋ। ਮਤਲਬ 30 ਸੈਕਿੰਡਸ ਮੰਨ ਲਓ 2 ਕੁਐਸਚਨਸ ਵੀ ਪੜ੍ਹ ਲਏ ਤੁਸੀਂ, 30 ਸੈਕਿੰਡਸ 'ਚ 2 ਕੁਐਸਚਨ ਵੀ ਪੜ੍ਹ ਲਏ, ਤਾਂ ਉਸ ਤੋਂ ਬਾਅਦ ਗਾਹਾਂ ਜਦੋਂ 11 ਤੋਂ 12 ਵੀ ਪੜ੍ਹ ਲਿਆ ਤਾਂ 13 14 ਕੁਐਸਚਨ ਤੁਸੀਂ ਜਿਹੜਾ 13 ਤੇ 14ਵਾਂ ਕੁਐਸਚਨ ਤੁਸੀਂ ਫਿਰ ਗਾਹਾਂ ਜਿਹੜੇ ਤੁਹਾਨੂੰ ਟਾਈਮ ਮਿਲੇਗਾ, ਕਿਉਂਕਿ ਜਦੋਂ ਉਹ 30 ਸੈਕਿੰਡਸ ਖਤਮ ਹੋਣਗੇ ਫਿਰ ਉਹ ਫਿਰ ਬੋਲੇਗਾ ਨਾਓ we are moving to the section 2 and before we start the questions you have some time to look at question 11 to 14। ਫਿਰ ਉਹਦੇ ਵਿੱਚ ਤੁਸੀਂ 11 ਤੋਂ 12 ਪਹਿਲਾਂ ਪੜ੍ਹੇ ਹੋਏ ਤਾਂ 13 ਤੋਂ 14 ਨੂੰ ਤੁਸੀਂ ਫਿਰ ਉੱਥੇ ਪੜ੍ਹ ਲੈਣਾ। ਨਾਲ ਦੀ ਨਾਲ ਚੱਲੋ, ਉਨਾ ਹੀ ਸਿੰਪਲ ਰਹੇਗਾ, ਉਨਾ ਹੀ ਸੌਖਾ ਲੱਗੇਗਾ, ਉਨੇ ਘੱਟ ਗਲਤ ਆਨਸਰ ਤੁਹਾਡੇ ਜਾਣਗੇ। ਉਹ ਸਭ ਨਾਲੋਂ ਈਜ਼ੀ ਪ੍ਰੈਪਰੇਸ਼ਨ ਦਾ ਮੈਥਡ ਹੈ। ਅਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਆਪਣੀ ਗੱਲ ਕਰਾਂਗੇ ਕਿ ਕਿਵੇਂ ਅਸੀਂ ਲਾਈਕ ਇਹ ਕਰ ਸਕਦੇ ਹਾਂ ਕਿ ਭਾਈ ਲਾਸਟ ਪੋਰਸ਼ਨ ਨੂੰ ਆਪਾਂ ਸਮਝ ਸਕਦੇ ਹਾਂ, ਕਿਵੇਂ ਆਪਾਂ ਲਾਸਟ ਪੋਰਸ਼ਨ ਨੂੰ ਤਰੀਕੇ ਦੇ ਨਾਲ ਸਮਝ ਸਕਦੇ ਹਾਂ, ਉਹ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਅਤੇ ਕਿਵੇਂ ਸਾਡੇ ਪਹਿਲੇ 10 ਅਤੇ ਲਾਸਟ 10 ਕੁਐਸਚਨਸ ਜੇ ਠੀਕ ਹੋਣੇ ਸ਼ੁਰੂ ਹੋ ਗਏ ਤਾਂ ਓਬਵੀਅਸਲੀ ਇਸ ਚੀਜ਼ ਨੂੰ ਫੋਲੋ ਕਰਦੇ ਕਰਦੇ 6 ਤੋਂ 7 ਬੈਂਡ, 7 ਤੋਂ 8 ਬੈਂਡ, 8 ਤੋਂ 9 ਬੈਂਡ ਕੁਛ ਵੀ ਇੰਪੋਸੀਬਲ ਨਹੀਂ ਹੈ, ਠੀਕ ਹੈ ਜੀ। So I hope so you have understood through this video, and if you like my effort kindly subscribe to my channel। ਤੇ ਮੈਂ ਐਵੇਂ ਹੀ ਵੀਡੀਓਜ਼ ਬਣਾਉਂਦਾ ਜਾਊਂਗਾ ਇਸ ਚੀਜ਼ ਬਾਰੇ। ਇਹ ਮੇਰੇ ਹਿਸਾਬ ਨਾਲ ਓਫੀਸ਼ੀਅਲੀ ਪਹਿਲੀ ਵੀਡੀਓ ਹੈ IELTS ਦੇ ਰਿਗਾਰਡਿੰਗ। ਗਾਹਾਂ ਦੇਖਾਂਗੇ ਇਹ ਕਿਵੇਂ, ਜੇ ਰੱਬ ਨੇ ਗਾਹਾਂ ਚਾਹਿਆ ਤਾਂ ਜ਼ਰੂਰ ਬਣਾਵਾਂਗੇ। ਥੈਂਕ ਯੂ ਵੈਰੀ ਮਚ, ਬਾਏ ਬਾਏ, ਟੇਕ ਕੇਅਰ।